ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਵੱਡੀਆਂ ਖਬਰਾਂ ਉੱਤੇ ਕਰਾਂਗੇ। ਵੱਡੀਆਂ ਖਬਰਾਂ ਇਸ ਲਈ ਕਿ ਸੰਯੁਕਤ ਸਮਾਜ ਮੋਰਚਾ ਸਮਾਜ ਦੇ ਵਿੱਚ ਵਿਚਰ ਰਿਹਾ। ਵੱਖੋ ਵੱਖਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਆ ਕਿ ਅੱਗੋਂ ਪੰਜਾਬ ਦੇ ਭਵਿੱਖ ਦੀ ਬਾਗਡੋਰ ਕਿਸ ਤਰ੍ਹਾਂ ਆਪਣੇ ਹੱਥਾਂ ਦੇ ਵਿੱਚ ਲੈਣੀ ਆ। ਤੇ ਨਾਲੋਂ ਨਾਲ ਸਿਆਸੀ ਜੋੜ ਤੋੜ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਕਿ ਰਾਜੇਵਾਲ ਸਾਹਿਬ ਪੰਜਾਬ ਦੇ ਵਿੱਚ ਨੇ ਜਾਂ ਪੰਜਾਬੋਂ ਬਾਹਰ ਕਿਤੇ ਬਹਿ ਕੇ ਸੰਯੁਕਤ ਸਮਾਜ ਮੋਰਚੇ ਦੀ ਦਿਸ਼ਾ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਉਹਨੂੰ ਤਿਆਰ ਕਰ ਰਹੇ ਨੇ। ਰਣਨੀਤੀ ਘੜੀ ਜਾ ਰਹੀ ਹੈ, ਪਰ ਇਹ ਵੀ ਚਰਚਾਵਾਂ ਨੇ ਕਿਤੇ ਇਹ ਨਾ ਹੋਵੇ ਕਿ ਸਿਆਸੀ ਜੋੜ ਤੋੜ ਦੇ ਵਿੱਚ ਵੇਲਾ ਵਿਹਾ ਲਿਆ ਜਾਵੇ, ਸਮਾਂ ਲੰਘ ਜਾਵੇ ਤੇ ਹੱਥ ਕੁਝ ਨਾ ਆਵੇ, ਕਿਉਂਕਿ ਚੋਣਾਂ ਸਿਰ ਤੇ ਨੇ। ਕਿਸੇ ਵੀ ਵੇਲੇ ਜਿਹੜਾ ਅਗਲੇ ਦਿਨਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਚੋਣ ਜ਼ਾਬਤਾ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਸਾਹਿਬ 5 ਤਰੀਕ ਨੂੰ ਆ ਰਹੇ ਨੇ। ਤਿਆਰੀਆਂ ਬੀਜੇਪੀ ਦੇ ਖੇਮੇ ਦੇ ਵਿੱਚ ਵੀ ਨੇ। ਸੁਖਦੇਵ ਸਿੰਘ ਢੀਂਡਸਾ ਦੇ ਨਜ਼ਦੀਕੀ ਨਿਧੜਕ ਸਿੰਘ ਬਰਾੜ ਜਿਹੜੇ ਨੇ ਉਹ ਜਾ ਕੇ ਭਾਜਪਾ 'ਚ ਸ਼ਾਮਲ ਹੋ ਗਏ ਨੇ। ਇੱਕ ਪਾਸੇ ਢੀਂਡਸਾ ਸਾਹਿਬ ਸੀਟਾਂ ਦੀ ਜਿਹੜੀ ਆ ਉਹ ਵੰਡ ਨੂੰ ਲੈ ਕੇ ਭਾਜਪਾ ਨਾਲ ਗੱਲਬਾਤ ਕਰ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੀਆਂ ਆਪਣੀਆਂ ਕੁਰਸੀਆਂ ਖਿਸਕਦੀਆਂ ਜਾ ਰਹੀਆਂ ਨੇ। ਅਕਾਲੀ ਦਲ ਜਿਹੜਾ ਆ ਉਹ ਪੰਥ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਆ। ਪੰਥਕ ਰੋਸ ਕੀਤੇ ਜਾ ਰਹੇ ਨੇ। ਉਹਦੇ ਵਿੱਚ ਚਰਚਾਵਾਂ ਹੋ ਰਹੀਆਂ ਕਿ ਪੰਥ ਨੂੰ ਬਚਾਇਆ ਕਿੱਦਾਂ ਜਾਵੇ। ਨਾਲੋਂ ਨਾਲ ਗੱਲ ਕਾਂਗਰਸ ਦੀ ਕਿ ਇਹਨਾਂ ਦਾ ਕਲੇਸ਼ ਜਿਹੜਾ ਆ ਉਹ ਮੁੱਕਣ ਦਾ ਨਾਮ ਨਹੀਂ ਲੈਂਦਾ। ਸਿਆਣੇ ਕਹਿੰਦੇ ਨੇ ਕਿ ਨਿੱਤ ਦਾ ਕਲੇਸ਼ ਜਿਹੜਾ ਆ ਉਹ ਘਰਾਂ ਨੂੰ ਬਰਬਾਦ ਵੀ ਕਰ ਦਿੰਦਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਕਿਸ ਤਰ੍ਹਾਂ ਚੱਲ ਰਹੀ ਹੈ ਕਿਸਾਨਾਂ ਦੀ ਅੰਦਰ ਦੀ ਰਣਨੀਤੀ? ਰਾਜੇਵਾਲ ਸਾਹਿਬ ਦਾ ਪੰਜਾਬ ਦੇ ਵਿੱਚ ਨਾ ਹੋਣਾ ਜਾਂ ਹੋਣਾ, ਇਹ ਵੀ ਬੜੀਆਂ ਚਰਚਾਵਾਂ ਬਟੋਰ ਰਿਹਾ। ਦੇਖੋ, ਅੱਜ ਇਕੱਠ-ਵੱਠ ਸੰਯੁਕਤ ਸਮਾਜ ਮੋਰਚੇ ਵੱਲੋਂ ਰੱਖਿਆ ਗਿਆ ਸੀ ਜਲੰਧਰ 'ਚ। ਸਾਨੂੰ ਵੀ ਇਨਵੀਟੇਸ਼ਨ ਸੀ। ਉੱਥੇ 45 ਅਲੱਗ-ਅਲੱਗ ਐਕਟੀਵਿਸਟ ਜਥੇਬੰਦੀਆਂ, ਜਿਹਦੇ ਵਿੱਚ ਦਲਿਤ ਸਮੁਦਾਇ ਵੀ ਸੀ, ਹੋਰ ਇੱਥੋਂ ਤੱਕ ਕਿ ਕੁਛ ਸਮਾਲ ਸਕੇਲ ਇੰਡਸਟਰੀ ਵਾਲੇ ਵੀ ਸੀ, ਟਰੇਡਰ ਵੀ ਸੀ, ਬਾਕੀ ਤੇ ਹੋਰ ਤੇ ਸਾਰੇ ਕਿਸਮ ਦੇ ਸੀ, ਪ੍ਰੋਫੈਸ਼ਨਲ ਸੀ। ਕਾਫੀ ਕਿਸਮ ਦੀਆਂ ਜਥੇਬੰਦੀਆਂ ਸੀਗੀਆਂ ਤੇ ਜੈ ਭੀਮ, ਜੈ ਭਾਰਤ ਤੇ ਬੋਲੇ ਸੋ ਨਿਹਾਲ ਦੇ ਨਾਰੇ ਸਾਰੇ ਇਕੱਠੇ ਉੱਥੇ ਸਟੇਜ ਤੇ ਲਗਾਤਾਰ ਗੂੰਜਦੇ ਰਹੇ। ਉਹਦੇ 'ਚ ਜਿੱਥੋਂ ਤੱਕ ਪਾਰਟੀਸਪੈਂਟ ਸੀ ਉਹ ਕੱਲ ਅਖਬਾਰਾਂ 'ਚ ਵੀ ਅੱਜ ਵੀ ਆ ਜਾਊਗਾ ਅਖਬਾਰਾਂ 'ਚ, ਉਦੋਂ ਤੱਕ ਜਦੋਂ ਤੱਕ ਇਹ ਆਪਣਾ ਬੁਲੇਟਿਨ ਹੋਣਾ ਆ। ਤਾਂ ਉਹਦੇ 'ਚ ਸਾਰਾ ਸੁਖਵਿੰਦਰ ਜਿਹੜੇ ਆਪਣੇ ਕੁਲਵੰਤ ਸਿੰਘ ਸੰਧੂ ਆ ਉਹ ਕੋਆਰਡੀਨੇਟ ਕਰ ਰਹੇ ਸੀਗੇ। ਬਾਬੇ ਖੁੰਡੇ ਵਾਲੇ ਰੁਲਦੂ ਸਿੰਘ ਮਾਨਸਾ ਸੀਗੇ। ਫਿਰ ਉਹਦੇ 'ਚ ਜਿਹੜੇ ਆਪਣੇ ਵਕੀਲ ਹੈਗੇ ਆ, ਉਹ ਵਕੀਲ ਚੰਡੀਗੜ੍ਹ ਤੋਂ, ਉਹ ਵੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ। ਪੰਗੂ ਸਾਹਿਬ ਉਹਦੇ 'ਚ ਸ਼ਾਮਲ ਸੀਗੇ। ਇਸੇ ਤਰੀਕੇ ਨਾਲ ਭੋਗ ਸਿੰਘ, ਹੋਰ ਵੀ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਮੇਰੇ ਕੋਲ ਨਾਂ, ਮੈਨੂੰ ਪਛਾਣ ਸ਼ਾਇਦ ਉਹਨਾਂ 'ਚੋਂ ਕਈਆਂ ਦੀ ਨਹੀਂ ਹੋ ਸਕਦੀ। ਇਹ ਸਾਰੀਆਂ ਜਥੇਬੰਦੀਆਂ ਉੱਥੇ ਰਿਪ੍ਰੈਜ਼ੈਂਟ ਕਰ ਰਹੀਆਂ ਸੀਗੀਆਂ ਕਿਸਾਨਾਂ ਵੱਲੋਂ। ਪਰ ਉਹਦੇ ਨਾਲੋਂ ਵੀ ਜ਼ਿਆਦਾ ਕਾਫੀ ਲੋਕ, ਜਿਸ ਤਰੀਕੇ ਨਾਲ ਚੰਨਣ ਸਿੰਘ ਵੀ, ਕੈਪਟਨ ਚੰਨਣ ਸਿੰਘ ਵੀ ਉੱਥੇ ਆਏ, ਗੁਰਦੀਪ ਸਿੰਘ ਵੀ ਆਏ, ਜਿਹੜੇ ਉੱਥੇ ਬਠਿੰਡੇ ਵਾਲੇ ਹੈਗੇ, ਇੱਥੋਂ ਤੱਕ ਕਿ ਧਰਮਵੀਰ ਗਾਂਧੀ। ਫਿਰ ਇਸੇ ਤਰੀਕੇ ਨਾਲ ਡਾਕਟਰ ਸਵੈਮਾਨ ਸਿੰਘ ਬੜਾ ਜ਼ਬਰਦਸਤ ਇਮੋਸ਼ਨਲ ਭਾਸ਼ਣ ਦੇ ਕੇ ਗਏ। ਔਰ ਆਮ ਆਦਮੀ ਪਾਰਟੀ ਦੇ ਜਿਹੜੇ ਅੰਦਰਲੇ ਪੁਰਜੇ ਸੀ ਉਹ ਕਾਫੀ ਉੱਥੇ ਐਨ ਸਾਫ ਸੁਥਰੇ ਤਰੀਕੇ ਨਾਲ ਬੜੇ ਜੋਸ਼ ਦੇ ਵਿੱਚ ਉਹ ਪੁਰਜਾ ਉਹਨਾਂ ਨੂੰ ਦਿਖਾ ਕੇ ਗਏ ਕਿ ਇਹ ਅਸਲ 'ਚ ਕਿਵੇਂ ਪੰਜਾਬ ਤੇ ਕਬਜ਼ਾ ਕਰਨ ਆ ਰਹੇ ਆ। ਉਹਨਾਂ ਨੇ ਕਾਫੀ ਗੱਲਾਂ ਉੱਥੇ ਲੋਕਾਂ ਨਾਲ ਦਿਲੋਂ ਸ਼ੇਅਰ ਕੀਤੀਆਂ। ਇਸ ਕਿਸਮ ਦਾ ਸੀਗਾ। ਪ੍ਰੈਸ ਕਾਨਫਰੰਸ ਵੀ ਹੋਈ, ਉਹਦੇ ਵਿੱਚ ਸਾਫ਼ ਇਹ ਗੱਲ ਦੱਸੀ ਗਈ ਕਿ ਹਾਂ, ਮੀਡੀਆ ਨੇ ਜਦੋਂ ਪੁੱਛਿਆ ਕਿ ਕੀ ਜਦੋਂ ਪ੍ਰਧਾਨ ਮੰਤਰੀ ਆ ਰਹੇ ਆ ਕਿ ਤੁਸੀਂ ਪ੍ਰੋਟੈਸਟ ਕਰੋਗੇ, ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਉਹਨਾਂ ਵਿਰੁੱਧ ਪ੍ਰੋਟੈਸਟ ਕਰਾਂਗੇ। ਹਾਲਾਂਕਿ ਤੁਹਾਨੂੰ ਯਾਦ ਹੈ ਕਿ ਰਾਜੇਵਾਲ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਹੁਣ ਸਾਡਾ ਬੀਜੇਪੀ ਵਿਰੁੱਧ ਪ੍ਰੋਟੈਸਟ ਕਾਹਦਾ। ਪਰ ਇਹਦਾ ਮਤਲਬ ਇਹ ਹੈ ਕਿ ਲੋਕਾਂ ਦਾ ਜਿਹੜਾ ਗੁੱਸਾ ਆ, ਜਿਸ ਤਰੀਕੇ ਨਾਲ ਕਿਸਾਨ ਵੀਰ ਨਾਪ ਰਹੇ ਆ ਕਿ ਉਹ ਬੀਜੇਪੀ ਦੇ ਵਿਰੁੱਧ ਕਿਸੇ ਵੀ ਤਰੀਕੇ ਨਾਲ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ। ਜਗ੍ਹਾ ਜਗ੍ਹਾ ਉਸ ਸਾਈਡ ਤੇ ਵੀ ਹੋ ਸਕਦਾ ਫੜੋ ਫੜਾਈ ਵੀ ਸ਼ੁਰੂ ਹੋ ਜੇ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨੇ ਆਉਣਾ ਤਾਂ ਉਹਨਾਂ ਦੀ ਅਲੱਗ ਕਿਸਮ ਦੀ ਸਿਕਿਉਰਿਟੀ ਹੁੰਦੀ ਆ ਤੇ ਰੇਡ ਪੈਣ, ਔਰ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਪਕੜੇ ਵੀ ਜਾ ਸਕਦੇ ਆ ਇਤਿਹਾਸ ਦੇ ਤੌਰ ਤੇ, ਕਿ ਜਦੋਂ ਪ੍ਰਧਾਨ ਮੰਤਰੀ ਚਲੇ ਜਾਣਗੇ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਊਗਾ। ਪਰ ਇਸ ਕਿਸਮ ਦਾ ਉੱਥੇ ਖੁਲਾਸੇ ਜਿਹੜੇ ਹੋਏ। ਔਰ ਉਹਦੇ 'ਚ ਇਹ ਵੀ ਸੀਗਾ ਕਿ ਕੁਛ ਲੋਕਾਂ ਨੇ ਇਸ ਗੱਲ ਦਾ ਵੀ ਕੀਤਾ
ਆਪਣਾ ਜ਼ੋਰ ਲਾਇਆ ਕਿ ਆਪਾਂ ਥੋੜੀ ਸਪੀਡ ਸਾਡੀ ਥੋੜੀ ਹੈਗੀ, ਘੱਟ ਹੈਗੀ। ਲੋਕ ਖੁਦ ਤਿਆਰ ਆ, ਲੋਕਾਂ ਨੇ ਸਾਰੇ ਮੁੱਦਿਆਂ ਨੂੰ ਆਪਣੇ ਹੱਥ 'ਚ ਲਿਆ। ਮੁੱਦੇ ਦੱਸਣ ਦਾ ਜਿੱਥੋਂ ਤੱਕ ਕੋਈ ਕਿਤਾਬਚੀ ਤਿਆਰ ਕਰਨੀ ਆ ਕਰ ਲਓ, ਪਰ ਮੁੱਦੇ ਸਾਰੇ ਲੋਕਾਂ ਨੂੰ ਪਤਾ, ਪੰਜਾਬ ਬਚਾਉਣਾ ਸਭ ਤੋਂ ਵੱਡਾ ਤੇ ਮੁੱਦਾ ਇਹੀ ਹੈ। ਚਾਰੇ ਪਾਸੇ ਸੰਕਟ ਹੀ ਹੈ ਤੇ ਲੋਕਾਂ ਨੂੰ ਖੁੱਲ ਕੇ ਮੈਦਾਨ 'ਚ ਇਸ ਪਲੇਟਫਾਰਮ ਰਾਹੀਂ, ਇਸ ਰਸਤੇ ਰਾਹੀਂ ਕਿਵੇਂ ਉਤਾਰਨਾ ਚੋਣਾਂ 'ਚ, ਇਹ ਖੁੱਲ ਕੇ ਉੱਥੇ ਚਰਚਾਵਾਂ ਹੋਈਆਂ ਔਰ ਕਾਫੀ ਇਨਕਰੇਜਿੰਗ ਸਾਰਾ ਉੱਥੇ ਸਿਸਟਮ ਸੀਗਾ। ਪੂਰਾ ਹਾਲ ਭਰਿਆ, ਫਿਰ ਛੋਟਾ ਹੋ ਗਿਆ, ਫਿਰ ਹੋਰ ਕੁਰਸੀਆਂ ਲਾਈਆਂ ਗਈਆਂ, 3-4 ਰੋਜ਼ ਲਾਈਆਂ ਗਈਆਂ, ਫਿਰ ਵੀ ਹਾਲ ਭਰਿਆ ਰਿਹਾ, ਫਿਰ ਬਾਹਰ ਲੋਕ ਖੜੇ ਰਹੇ। ਉਹ ਸਾਰੇ ਨੁਮਾਇੰਦਾ ਲੋਕ ਸੀਗੇ ਉਹਦੇ 'ਚ। ਤੁਸੀਂ ਇੱਥੋਂ ਅੰਦਾਜ਼ਾ ਲਾ ਹੀ ਸਕਦੇ ਆ ਕਿ ਜਿੱਥੇ ਧਰਮਵੀਰ ਗਾਂਧੀ ਵਰਗੇ ਵੀ ਸਾਰੇ ਸ਼ਾਮਲ ਹੋਏ, ਪ੍ਰੇਮ ਸਿੰਘ ਪੰਗੂ ਜਾਂ ਹੋਰ ਸਾਰਿਆਂ ਦਾ ਮੈਨੂੰ ਕਿਸੇ ਦਾ ਨਾਂ ਰਹਿ ਵੀ ਗਿਆ ਹੋ ਸਕਦਾ। ਉਸ ਕਿਸਮ ਦਾ ਭਰਮਾ ਹੰਗਾਰਾ, ਲੋਕਾਂ ਦਾ ਜੋਸ਼ ਉੱਥੇ ਦੇਖਣ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਹੋਏ ਸਭਾ ਦੇ ਵਿੱਚ ਮਿਲਿਆ ਜੀ। ਹਾਂਜੀ। ਮੈਂ ਗੱਲ ਰਾਜੇਵਾਲ ਸਾਹਿਬ ਬਾਰੇ ਪੁੱਛੀ ਸੀ ਕਿ ਉਹਨਾਂ ਦੀ ਮੌਜੂਦਗੀ, ਗੈਰ ਮੌਜੂਦਗੀ ਜਿਹੜੀ ਆ ਉਹ ਕਾਫੀ ਕਹਿੰਦੇ ਖਟਕ ਰਹੀ ਆ ਪੰਜਾਬ ਦੇ ਵਿੱਚ। ਦੇਖੋ, ਜੇ ਤੁਹਾਨੂੰ ਇਹ ਲੱਗਦਾ ਕਿ ਹਾਂ ਇਹ ਗੱਲ ਉੱਥੇ ਵੀ ਦੇਖਣ ਨੂੰ ਮਿਲੀ, ਪਰ ਬਹੁਤੇ ਲੋਕਾਂ ਨੂੰ ਇਹ ਐਕਸਪੈਕਟਡ ਹੀ ਸੀਗਾ ਕਿ ਸ਼ਾਇਦ ਉਹ ਹੁਣ ਜਿਹੜਾ ਸੰਯੁਕਤ ਸਮਾਜ ਮੋਰਚਾ ਆ ਉਹਦੇ 'ਚ ਹਾਲ ਦੀ ਘੜੀ ਐਕਟਿਵਲੀ ਉਨੇ ਨਹੀਂ ਹੈਗੇ। ਪਰ ਸ਼ੁਰੂ 'ਚ ਹੀ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੋਈ ਤੁਹਾਨੂੰ ਕਿਸੇ ਕਿਸਮ ਦਾ ਸ਼ੱਕ ਸੁਭਾ ਨਹੀਂ ਹੋਣਾ ਚਾਹੀਦਾ। ਉਹ ਸਾਡੇ ਚੀਫ ਮਿਨਿਸਟਰ ਦੇ ਚਿਹਰੇ ਲਈ ਅਸੀਂ ਪਿਛਲੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੂੰ ਉਤਾਰਿਆ ਸੀ। ਜਦ ਤੱਕ ਕੋਈ ਹੋਰ ਗੱਲ ਨਹੀਂ ਹੁੰਦੀ, ਉਹ ਸਾਡੇ ਚਿਹਰੇ, ਸਾਡੇ ਹਿੱਸੇ, ਸਾਡੇ ਆਗੂ ਲੀਡਰ ਉਸੇ ਤਰੀਕੇ ਨਾਲ ਬਣੇ ਹੋਏ ਆ। ਇਹਦੇ ਬਾਰੇ ਕਿਸੇ ਕਿਸਮ ਦੀ ਕਿਸੇ ਨੂੰ ਹੋਰ ਸ਼ੱਕ ਸੁਭਾ ਨਹੀਂ ਹੋਣਾ ਚਾਹੀਦਾ। ਪਰ ਇਹ ਵੀ ਨਾਲ ਮੀਡੀਆ ਦੇ ਵਿੱਚ ਸਾਨੂੰ ਫੋਨ ਵੀ ਆਉਂਦੇ ਰਹੇ, ਪੂਰਾ ਦਿਨ ਚਰਚਾ ਵੀ ਚੱਲਦੀ ਰਹੀ ਕਿ ਜੇ ਇੱਥੇ ਨਹੀਂ ਆਏ ਤਾਂ ਫਿਰ ਕਿੱਥੇ ਗਏ। ਇਸ ਗੱਲ ਦਾ ਜਿਹੜਾ ਇੰਕਸ਼ਾਫ ਇਹੀ ਸੀ। ਕੁਝ ਕਹਿ ਰਹੇ ਸੀ ਦਿੱਲੀ ਚਲੇ ਗਏ, ਕੁਝ ਕਹਿ ਰਹੇ ਆ ਕਿ ਕੇਜਰੀਵਾਲ ਨਾਲ ਮੀਟਿੰਗ ਹੋ ਗਈ ਹੈ, ਕੁਝ ਕਹਿੰਦੇ ਅਜੇ ਹੋਣੀ ਹੈ। ਕਾਫੀ ਉਹ ਭੰਬਲ ਭੂਸਾ ਜਿਹਾ ਪਿਆ ਹੋਇਆ ਅਜੇ। ਕੁਝ ਕਹਿ ਰਹੇ ਆ ਕਿ 16 ਸੀਟਾਂ ਉਹਨਾਂ ਨੂੰ ਆਫਰ ਹੋਈਆਂ, ਕੁਝ ਇਹ ਵੀ ਕਹਿ ਰਹੇ ਆ ਕਿ ਉਹ ਆਪਣਾ ਨਿਸ਼ਾਨ ਲਈ ਅਪਲਾਈ ਕਰ ਰਿਹਾ। ਇਹਦਾ ਮਤਲਬ ਕਿ ਉਹ ਝਾੜੂ ਤੇ ਚੋਣ ਨਹੀਂ ਲੜਨਗੇ। ਚੋਣ ਜਿਹੜਾ ਚੋਣ ਨਿਸ਼ਾਨ ਲਈ ਜੇ ਉਹ ਕਰ ਰਹੇ ਆ, ਅਪਲਾਈ ਕਰ ਰਹੇ ਆ ਦਿੱਲੀ 'ਚ, ਤਾਂ ਫਿਰ ਕੀ ਉਹ ਸਮੁੱਚੇ ਸੰਯੁਕਤ ਸਮਾਜ ਮੋਰਚੇ ਲਈ ਕਰ ਰਹੇ ਆ ਜਾਂ ਸਿਰਫ ਕੋਈ ਆਪਣੇ ਅਲੱਗ ਗਰੁੱਪ ਲਈ, ਧੜੇ ਲਈ ਕਰ ਰਹੇ ਆ। ਇਹ ਅਜੇ ਕੋਈ ਗੱਲ ਪਿਕਚਰ ਕਲੀਅਰ ਹੋ ਨਹੀਂ ਰਹੀ। ਅਸੀਂ ਵੀ ਕਾਫੀ ਅੱਜ ਫੋਨ ਤੇ ਟਾਈਮ ਬਰਬਾਦ ਕੀਤਾ, ਪਰ ਸਾਨੂੰ ਜਿੰਨੀਆਂ ਚਰਚਾਵਾਂ, ਜਿਹੜੀਆਂ ਮੈਂ ਉਹਨੂੰ ਜ਼ਿਆਦਾ ਕਹੂੰਗਾ ਚਰਚਾਵਾਂ ਨਾਲੋਂ ਅਫਵਾਹਾਂ ਹੀ ਕਹੋ, ਜਦ ਤੱਕ ਕੋਈ ਉਹਦਾ ਭਰੋਸੇਯੋਗ ਵਸੀਲਾ ਨਹੀਂ ਪਤਾ ਲੱਗਦਾ। ਅਸੀਂ ਤੇ ਜਿਹੜੇ ਦਿੱਲੀ 'ਚ ਪੱਤਰ ਪ੍ਰੇਰਕ ਹੈਗੇ, ਜਿਹੜੇ ਉੱਥੇ ਬੈਠੇ ਆ, ਉਹਨਾਂ ਨੂੰ ਪੁੱਛ ਕੇ ਵੀ ਉਹ ਤੁਸੀਂ ਉੱਥੇ ਪਤਾ ਕਰੋ, ਤੁਹਾਡੇ ਕੰਟੈਕਟ ਆ ਆਮ ਆਦਮੀ ਪਾਰਟੀ ਦੇ, ਤੇ ਉਹ ਜਿੰਨਾ ਕੁ ਪਤਾ ਲੱਗਾ ਉਹ ਇੰਨੀ ਕੀ ਖਬਰ ਆ ਕਿ ਸ਼ਾਇਦ ਇਹ ਤੇ ਠੀਕ ਹੋਊਗਾ ਕਿ ਉਹ ਦਿੱਲੀ ਗਏ ਹੋਏ ਆ ਔਰ ਉੱਥੇ ਕਿਹਦੇ ਨਾਲ ਕਿੰਨੀ ਮੀਟਿੰਗ ਹੋਈ, ਕੀ ਕਰ ਰਹੇ ਆ, ਉਹ ਸੰਯੁਕਤ ਸਮਾਜ ਮੋਰਚੇ ਦੇ ਨਿਸ਼ਾਨ ਨੂੰ ਅਪਲਾਈ ਕਰਨ ਗਏ ਆ ਜਾਂ ਉਹ ਕੇਜਰੀਵਾਲ ਨਾਲ ਕੋਈ ਕਿਸੇ ਕਿਸਮ ਦਾ ਗੱਲਬਾਤ ਕਰਨ ਲਈ ਗਏ ਆ। ਇਹ ਹੁਣ ਇੱਕ ਅੱਧੇ ਦਿਨ 'ਚ ਪਤਾ ਲੱਗ ਜਾਊਗਾ। ਹਾਂਜੀ, ਬਿਲਕੁਲ ਬਿਲਕੁਲ। ਜਿੱਥੇ ਤੱਕ ਗੱਲ ਪ੍ਰੋਫੈਸਰ ਸਾਹਿਬ ਏਕੇ ਦੀ ਆ ਕਿ ਕਿਸਾਨਾਂ ਨੂੰ ਉਸ ਢੰਗ ਨਾਲ ਹੀ, ਜਿਵੇਂ ਕਹਿੰਦੇ ਕਿ ਉਂਗਲਾਂ ਦੇ ਨਾਲ ਇਕੱਠੀਆਂ ਕੀਤੀਆਂ ਤੇ ਉਹਦਾ ਘਸੁੰਨ ਬਣਦਾ, ਤੇ ਇਸ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਟੱਕਰ ਲੈਣ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਸੀ। ਇਧਰੋਂ ਸੱਦਾ ਦਿੱਤਾ ਕਿ 8 ਕੁ ਜਥੇਬੰਦੀਆਂ, ਤਕਰੀਬਨ ਲਾ ਲਓ 10 ਲਾ ਲਓ ਜਥੇਬੰਦੀਆਂ, ਜਿਹੜੀਆਂ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਦਾ ਵਿਰੋਧ ਕਰਨਗੀਆਂ, ਤੇ ਬਾਕੀਆਂ ਦਾ ਪਾਸੇ ਹੋਣਾ, ਇਹ ਕਿਤੇ ਨਾ ਕਿਤੇ ਖਟਕਦਾ ਲੋਕਾਂ ਨੂੰ। ਕਿਤੇ 32 ਜਥੇਬੰਦੀਆਂ ਦੀ ਗੱਲ ਹੁੰਦੀ ਸੀ ਕਿ 32 ਬੈਠਣਗੇ ਤੇ ਉਹਦੇ ਤੋਂ ਬਿਨਾਂ ਗੱਲ ਜਿਹੜੀ ਉਹ ਸਰਕਾਰ ਨਾਲ ਵੀ ਨਹੀਂ ਹੋਣੀ, ਕੱਲਾ ਕੱਲਾ ਨਹੀਂ ਜਾਏਗਾ। ਹੁਣ ਏਦਾਂ ਲੱਗਦਾ ਕਿ ਸਭ ਕੁਝ ਖਿਲਰ ਪੁਲਰ ਗਿਆ ਇਹਨਾਂ ਦਾ। ਨਹੀਂ ਤੁਸੀਂ ਇਸ ਤਰ੍ਹਾਂ ਨਾ ਸੋਚੋ। ਖਿਲਰਿਆ ਤੇ ਹਮੇਸ਼ਾ ਹੀ ਹੁੰਦਾ ਆ। ਝਾੜੂ ਖਿਲਰਿਆ ਹੀ ਹੁੰਦਾ, ਉਹਨੂੰ ਰੱਸੀ ਨਾਲ ਬੰਨਿਆ ਹੁੰਦਾ। ਲੋਕਾਂ ਨੇ ਰੱਸੀ ਨਾਲ ਬੰਨਿਆ ਸੀਗਾ, ਲੋਕਾਂ ਨੇ ਰੱਸੀ ਨਾਲ ਬੰਨ ਕੇ ਰੱਖਣਾ ਹੈ। ਭੱਜਣਗੇ ਕਿੱਥੇ? ਜਵਾਬਦੇਹੀ ਹੈ। ਲੋਕਾਂ ਨੇ ਕਿਤੇ ਥੋੜੀਆਂ ਕੁਰਬਾਨੀਆਂ ਕੀਤੀਆਂ। ਇੱਕ ਗੱਲ ਤੁਸੀਂ ਸਮਝਣ 'ਚ ਆਪਾਂ ਸਾਰੇ ਕਤਾਈ ਕਰ ਰਹੇ ਹਾਂ, ਉਹ ਮੀਡੀਆ ਵੀ ਉਸ ਪਾਸੇ ਨੂੰ ਨਹੀਂ ਸੋਚਦਾ ਵੀ ਜਦੋਂ ਅਸੀਂ ਕਿਸਾਨ ਅੰਦੋਲਨ ਨੂੰ ਬਹੁਤ ਅਰਲੀ ਸਟੇਜ 'ਚ ਸਾਲ ਪਹਿਲਾਂ ਹੀ ਇਹ ਗੱਲ ਡੈਜ਼ਿਗਨੇਟ ਕਰਤੀ, ਇਹ ਕਰੈਕਟਰਾਈਜ਼ ਕਰ ਦਿੱਤਾ ਕਿ ਦੇਖੋ ਇਹ ਹੁਣ ਜਨ ਅੰਦੋਲਨ ਹੈ। ਉਹਦੇ 'ਚ ਹਰ ਵਸਿੰਦਾ, ਦੇਸ਼ ਦੇ ਅੰਦਰ ਬੈਠਾ, ਵਿਦੇਸ਼ਾਂ 'ਚ ਬੈਠਾ, ਯੂਪੀ 'ਚ ਬੈਠਾ, ਪੱਛਮੀ ਬੰਗਾਲ 'ਚ ਬੈਠਾ, ਪੰਜਾਬੀ ਜਾਂ ਕਿਸਾਨ, ਉਹ ਜਨ ਜਿਹੜਾ ਪੂਰਾ ਉਹ ਇਹਨਾਂ ਦੀ ਪਿੱਠ ਪਿੱਛੇ ਖੜਾ। ਤਾਂ ਹੀ ਤੇ ਏਡਾ ਲੰਬਾ ਸੰਘਰਸ਼ ਚੱਲਿਆ। ਕਿਤੇ ਕਿਸਾਨਾਂ ਨੇ ਆਪਣੇ ਸਾਧਨਾਂ ਰਾਹੀਂ ਚਲਾਇਆ ਨਾ।
ਇਹ ਨਾ ਕਿਸਾਨ ਵੀਰਾਂ ਨੂੰ, ਲੀਡਰਾਂ ਨੂੰ ਭੁਲੇਖਾ ਹੋਣਾ ਚਾਹੀਦਾ, ਨਾ ਕਿਸੇ ਹੋਰ ਜਰਨਲਿਸਟ ਨੂੰ ਭੁਲੇਖਾ ਹੋਣਾ ਚਾਹੀਦਾ ਵੀ ਕਿਸਾਨ ਅਲੱਗ-ਅਲੱਗ ਹੋ ਗਏ ਤੇ ਲੋਕਾਂ ਦਾ ਜਨ ਅੰਦੋਲਨ ਕਮਜ਼ੋਰ ਪੈ ਜੂ। ਨਾ, ਅੱਜ ਵੀ ਜਿਹੜੇ ਉੱਥੇ ਗੱਲਾਂ ਬਾਤਾਂ ਚੱਲੀਆਂ ਸਾਰੀਆਂ ਅਸੀਂ, ਉਹਦੇ 'ਚ ਇਹੀ ਗੱਲਬਾਤ ਸਾਰੀ ਚੱਲੀ ਹੈ ਕਿ ਦੇਖੋ ਜਿਹੜਾ ਜਨ ਦਾ ਥੱਲਿਓਂ ਉਭਾਰ ਆ, ਜਿਹੜੀ ਰਾਜਨੀਤਿਕ ਚੇਤਨਾ ਆ, ਲੋਕਾਂ 'ਚ ਗੁੱਸਾ ਆ, ਲੋਕਾਂ 'ਚ ਰਾਜਨੀਤਿਕ ਜਮਾਤ ਦੇ ਵਿਰੁੱਧ ਇੱਕ ਰੋਸ ਹੈਗਾ, ਔਰ ਉਹ ਰੋਸ ਨੂੰ, ਆਪਣੇ ਉਸ ਗੁੱਸੇ ਨੂੰ ਤੁਹਾਡੇ ਰਾਹੀਂ ਕੱਢਣਾ ਚਾਹੁੰਦੇ ਆ। ਤੁਸੀਂ ਡੱਬੇ ਸਾਰੀ ਜਗ੍ਹਾ 117 ਸੀਟਾਂ ਤੇ ਰੱਖੋ, ਇਹ ਤੁਹਾਡੀ ਡਿਊਟੀ ਬਣਦੀ ਆ। ਇੱਕ ਆਸਾਨ ਨਹੀਂ ਹੈਗਾ, ਡਿਊਟੀ ਇਸ ਕਰਕੇ ਬਣਦੀ ਹੈ ਕਿ ਸਾਰਾ ਜਨ ਤੁਹਾਡੇ ਨਾਲ ਇਨਵੋਲਵਡ ਸੀ, ਹਰ ਬੰਦਾ ਤੇ ਆਪਣੇ ਬੱਚਿਆਂ ਤੱਕ ਤੇ ਕੁਰਬਾਨੀਆਂ ਦੇਣ ਲਈ ਬੈਠਾ ਸੀ। ਇਸ ਲਈ ਉਹਦੇ 'ਚ ਕਿੰਨੀਆਂ ਯੂਨੀਅਨਾਂ ਆਉਂਦੀਆਂ, ਕਿੰਨੀਆਂ ਨਹੀਂ ਆਉਂਦੀਆਂ, ਕਿਉਂਕਿ ਇਸ ਦਾ ਨਾਂ ਵੀ ਹੁਣ ਸੰਯੁਕਤ ਕਿਸਾਨ ਮੋਰਚਾ ਨਹੀਂ ਹੈ, ਸੰਯੁਕਤ ਸਮਾਜ ਮੋਰਚਾ। ਸੰਯੁਕਤ ਸਮਾਜ ਕੀ ਹੁੰਦਾ? ਉਹਦੇ 'ਚ ਸ਼ਹਿਰੀ ਵੀ ਆ, ਪੇਂਡੂ ਵੀ ਆ, ਔਰਤਾਂ ਵੀ ਆ, ਨੌਜਵਾਨ ਵੀ ਆ, ਰਿਟਾਇਰਡ EMPLOYE ਵੀ ਆ, ਹੁਣ ਵਾਲੇ EMPLOYE ਵੀ ਆ, ਸਾਰੇ ਉਹਦੇ 'ਚ ਹੈਗੇ ਆ, ਦਲਿਤ ਵੀ ਆ, ਜੱਟ ਵੀ ਆ, ਸਾਰੇ ਸਿੱਖ ਵੀ ਆ, ਹਿੰਦੂ ਵੀ ਆ। ਇਸ ਲਈ ਉਹ ਸੰਯੁਕਤ ਸਮਾਜ ਤਾਂ ਹੀ ਹੁੰਦਾ। ਹਰ ਪੰਜਾਬੀ ਦੀ ਲੜਾਈ ਹੈ ਤੇ ਹਰ ਜਿਹੜਾ ਪੰਜਾਬੀ ਪੰਜਾਬ ਨੂੰ ਪਿਆਰ ਕਰਦਾ, ਸ਼ਾਂਤੀ ਨੂੰ ਪਿਆਰ ਕਰਦਾ, ਭਾਈਚਾਰੇ ਨੂੰ ਪਿਆਰ ਕਰਦਾ, ਜਾਤਾਂ ਦੀ ਨਫ਼ਰਤ ਨੂੰ ਘਟਾਉਣਾ ਚਾਹੁੰਦਾ ਜਾਂ ਖਤਮ ਕਰਨਾ ਚਾਹੁੰਦਾ, ਉਹਨਾਂ ਸਾਰਿਆਂ ਦੀ ਇਹ ਲੜਾਈ ਹੈ। ਔਰ ਉਹਨਾਂ ਦਾ ਇਹ ਪਲੇਟਫਾਰਮ ਹੈ, ਦੋ ਹੀ ਪਲੇਟਫਾਰਮ ਹੈ। ਇੱਕ ਪਲੇਟਫਾਰਮ ਹੈ ਸੰਯੁਕਤ, ਜਿਹੜੀ ਸੰਯੁਕਤ ਪਾਰਟੀਆਂ ਪੋਲਿਟਿਕਸ, ਜਿਹੜੀਆਂ ਸਾਰੀਆਂ ਪਾਰਟੀਆਂ ਸੰਯੁਕਤ ਕਹੋ ਜਾਂ ਸਾਰੀਆਂ ਪਾਰਟੀਆਂ ਪੋਲਿਟਿਕਸ, ਜਿਹੜੀਆਂ ਰਵਾਇਤੀ ਪਾਰਟੀਆਂ। ਦੂਜੇ ਪਾਸੇ ਜਨ ਪੋਲਿਟਿਕਸ, ਜਨ ਲੋਕ, ਆਮ ਲੋਕ, ਦੋ ਹੀ ਧੜੇ ਆ। ਐਵੇਂ ਨਾ ਉਹਨੂੰ ਬਹੁਤਾ ਆਪਾਂ ਉਲਝਾਈਏ ਕਿ ਕਿੰਨੇ ਕੁ ਧੜੇ ਆ, ਦੋ ਹੀ ਧੜੇ ਆ, ਇੱਕ ਲੋਕਾਂ ਦਾ ਔਰ ਇੱਕ ਪਾਰਟੀਆਂ ਦਾ। ਪਾਰਟੀਆਂ ਸਾਰੀਆਂ ਆਪੋ ਆਪਣੀਆਂ ਵੋਟਾਂ ਲੈ ਕੇ ਆਪਣੀਆਂ ਮਸਤੀ ਮੌਜ ਮਸਤੀ ਉਸ ਤਰੀਕੇ ਨਾਲ ਆਈਆਂ। ਇਹ ਲੋਕਾਂ ਨੂੰ ਚੇਤਨਾ ਆਈ ਹੈ, ਇਹ ਲੋਕਾਂ ਨੇ ਸਮਝਿਆ, ਇਸੇ ਕਰਕੇ ਉਹਨਾਂ ਨੂੰ ਕਿਸਾਨਾਂ ਦੇ ਨੇੜੇ ਫਟਕਣ ਨਹੀਂ ਦਿੱਤਾ ਗਿਆ। ਹੁਣ ਲੋਕ ਕੀ ਕਹਿੰਦੇ ਆ ਕਿ ਕਿਸਾਨਾਂ ਨੂੰ ਇਹ ਬੇਨਤੀ ਕਰ ਰਹੇ ਆ ਕਿ ਤੁਸੀਂ ਅੱਗੇ ਆ ਕੇ ਸਾਰੇ ਜਨ ਨੂੰ, ਜਿਹੜੀ ਜਨ ਚੇਤਨਾ ਥੱਲਿਓਂ ਉੱਠ ਕੇ ਏਡੇ ਵੱਡੇ ਪੱਧਰ ਤੇ ਉਭਾਰ ਆਇਆ, ਉਸ ਨੂੰ ਲੀਡ ਕਰੋ। ਆਓ ਇੱਕ ਗੁਹਾਰ ਲਾਓ, ਇੱਕ ਬੜਕ ਮਾਰੋ, ਇੱਕ ਦਹਾੜ ਮਾਰੋ ਸ਼ੇਰਾਂ ਨੂੰ, ਜਿਵੇਂ ਮਮਤਾ ਨੇ ਮਾਰੀ ਸੀ ਬੰਗਾਲ 'ਚ। ਤੇ ਦੇਖੋ ਫਿਰ ਪੰਜਾਬ ਦਾ ਪੰਜਾਬੀ ਮਾਡਲ ਕਿਵੇਂ ਤੁਹਾਡੇ ਸਾਹਮਣੇ, ਤੁਹਾਨੂੰ ਸਾਰੇ ਦੇਸ਼ ਨੂੰ ਜਿਸ ਤਰੀਕੇ ਨਾਲ ਕਿਸਾਨਾਂ ਨੇ ਦਿਖਾਇਆ, ਜਿੱਤ ਦੇ ਡੰਕੇ ਵਜਾਏ, ਉਸੇ ਤਰੀਕੇ ਨਾਲ ਪੰਜਾਬ ਦਾ ਮਾਡਲ ਜਿਹੜਾ ਸਾਰੇ ਦੇਸ਼ ਨਾਲੋਂ ਕਿਵੇਂ ਜ਼ਿਆਦਾ ਕਾਮਯਾਬ, ਕਿਵੇਂ ਜ਼ਿਆਦਾ ਬਿਹਤਰ, ਕਿਵੇਂ ਜ਼ਿਆਦਾ ਵਧੀਆ ਕਾਮਯਾਬ ਦਿਖਦਾ ਆ। ਉਸ ਲਈ ਇਹ ਸਾਰੀ ਚਰਚਾ ਅੱਜ ਦੇਖੀ ਅਸੀਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ। ਮੈਂ ਖੁਦ ਉੱਥੇ ਪ੍ਰਧਾਨਗੀ ਮੰਡਲ ਦੇ ਵਿੱਚ ਸੀਗਾ ਤੇ ਇਸ ਗੱਲੋਂ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇੰਨਾ ਰੁਤਬਾ ਦਿੱਤਾ। ਪਰ ਉੱਥੇ ਇਹ ਜੇ ਕੋਈ ਅੱਜ ਜਿਹੜੀ ਬਹੁਤ ਜ਼ਰੂਰੀ ਗੱਲ ਹੈਗੀ ਆ ਕਿ ਕੋਈ ਕਿਸਾਨ ਵੀਰ ਇਹ ਸਮਝੇ ਕਿ ਇਹ ਮੇਰਾ ਮੁੱਠੀ ਵਿੱਚ ਆ ਸਾਰਾ ਕੁਝ, ਨਾ। ਹੁਣ ਉਹ ਇੱਕ ਵਹੀਕਲ ਹੈਗੇ ਆ, ਕਿਸਾਨ ਲੀਡਰ ਇੱਕ ਸਿੰਬਲ ਹੈਗੇ ਆ, ਤੇ ਉਹਨਾਂ ਨੂੰ, ਇਸ ਮੂਵਮੈਂਟ ਨੂੰ ਸਮੁੱਚੇ ਲੋਕਾਂ ਦੀਆਂ ਆਕਾਂਖਿਆਵਾਂ, ਉਹਨਾਂ ਦੀਆਂ ਪ੍ਰੋਬਲਮਾਂ, ਉਹਨਾਂ ਦੀਆਂ ਉਮੀਦਾਂ, ਉਸ ਲਈ ਇੱਕ ਮਾਧਿਅਮ ਬਣ ਕੇ ਉਹਨੂੰ ਅੱਗੇ ਤੋਰਨਾ ਚਾਹੀਦਾ। ਇਹੀ ਇਹਨਾਂ ਦਾ ਹੁਣ ਰੀਅਲ ਚੁਣੌਤੀ ਤੇ ਟੈਸਟ ਸਾਡੇ ਕਿਸਾਨ ਲੀਡਰਸ਼ਿਪ ਦਾ ਹੈ। ਹਾਂਜੀ, ਬਿਲਕੁਲ ਪ੍ਰੋਫੈਸਰ ਸਾਹਿਬ, ਜਦੋਂ ਤੁਸੀਂ ਗੱਲ ਕਰਦੇ ਹੋ ਕਿ ਇੱਕ ਪਾਸੇ ਜਨ ਅੰਦੋਲਨ, ਜਨ ਦੀ ਗੱਲ ਹੁੰਦੀ ਹੈ, ਪਰ ਕੁਝ ਉਹ ਵੀ ਬੈਠੇ ਨੇ ਨਾ ਪੰਜਾਬ ਦੇ ਵਿੱਚ, ਇਹ ਜਿਹੜੇ ਪੁਰਾਣੇ ਖੂਹ, ਇਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਕੱਟੜ ਨੇ ਜੀ, ਜਿਹੜੇ ਕਹਿੰਦੇ ਅਸੀਂ ਕੱਟੜ ਆ, ਸਾਡੇ ਭਾਣੇ ਪਾਰਟੀ ਸਾਡੀ ਵੋਟ ਨੂੰ ਖੂਹ ਦੇ ਵਿੱਚ ਸੁੱਟ ਦੇ, ਅਸੀਂ ਉਹਨਾਂ ਦੇ ਮਗਰ ਆ। ਉਹਨਾਂ ਦਾ ਕੀ ਸੋਚਿਆ ਜਾਏ? ਕੀ ਉਹ ਪੰਜਾਬ ਦਾ ਭਵਿੱਖ ਸਵਾਰ ਸਕਣਗੇ? ਕੀ ਉਹ ਪੰਜਾਬ ਦੇ ਭਵਿੱਖ ਬਾਰੇ ਅੱਜ ਦੀ ਘੜੀ ਵੀ ਸੋਚ ਸਕਣਗੇ, ਜਦੋਂ ਕਿਹਾ ਜਾ ਰਿਹਾ ਕਿ ਪੰਜਾਬ ਉਸ ਦਹਲੀਜ਼ ਤੇ ਹੈ ਜਿੱਥੋਂ ਮੁੜਨਾ ਜਿਹੜਾ ਆ ਉਹ ਪੰਜਾਬ ਦੇ ਲਈ ਇੱਕ ਹਨੇਰੇ ਦੇ ਵਿੱਚ ਹੁਣ ਜਾਣ ਵਾਲੀ ਸਥਿਤੀ ਬਣੀ ਹੋਈ ਹੈ ਕਿ ਇਸ ਤੋਂ ਗਾਂਹ ਕੁਝ ਵੀ ਨਹੀਂ? ਦੇਖੋ, ਕੁਛ ਹਿੱਸਾ ਤੇ ਹਮੇਸ਼ਾ ਕੱਟੜ ਰਹਿੰਦਾ। ਉਹ RSS ਵਿੱਚ ਵੀ ਹੈ, BJP 'ਚ ਵੀ ਹੈ, ਸ਼੍ਰੋਮਣੀ ਅਕਾਲੀ ਦਲ 'ਚ ਵੀ ਹੈ, ਕਾਂਗਰਸ ਵਿੱਚ ਵੀ ਹੋਊਗਾ। ਪਰ ਉਹ ਹਿੱਸਾ ਬਹੁਤ ਛੋਟਾ ਹੁੰਦਾ ਔਰ ਉਹ ਹਿੱਸੇ ਨੂੰ ਲਗਾਤਾਰ ਹੋਰ ਛੋਟਾ ਕੀਤਾ ਜਾ ਸਕਦਾ ਹੁੰਦਾ, ਬਸ਼ਰਤੇ ਕਿ ਲੋਕਾਂ ਨੂੰ ਇਹ ਦਿਖੇ ਕਿ ਯਾਰ ਇਹ ਜਿਹੜੀ ਪਾਰਟੀ 'ਚ ਉਹ ਕੰਮ ਕਰ ਰਹੇ ਆ, ਕਿਉਂਕਿ ਪਾਰਟੀ ਤਾਂ ਉਹਨਾਂ ਨੂੰ ਮਖਾਣੇ ਦੇ ਰਹੀ ਹੈ। ਕੋਈ ਵੀ ਪਾਰਟੀ ਆਪਣੇ ਕੱਟੜ ਫਾਲੋਅਰ ਨੂੰ ਵੀ ਕੱਖ ਨਹੀਂ ਦੇ ਰਹੀ, ਸਿਵਾਏ ਨਮੋਸ਼ੀ ਤੋਂ, ਸਿਵਾਏ ਜਵਾਬਦੇਹੀ ਤੋਂ। ਉਹ ਉੱਪਰ ਵਾਲੇ ਮਲਾਈ ਖਾ ਲੈਂਦੇ, ਉਹਨਾਂ ਨੂੰ ਤਾਂ ਲੱਸੀ ਵੀ ਨਹੀਂ ਮਿਲਦੀ ਥੱਲੇ। ਇਸ ਲਈ ਉਹ ਤੇ ਉਹਨੂੰ ਤਾਂ ਹੀ ਛੱਡਣ ਜੇ ਉਹਨਾਂ ਨੂੰ ਵਿਕਲਪ ਚੰਗਾ ਲੱਗੇ। ਜੇ ਮੇਰੇ ਕੋਲ ਸਾਈਕਲ ਆ ਤੇ ਜੇ ਮੈਨੂੰ ਮੋਟਰਸਾਈਕਲ ਮਿਲੂਗਾ, ਮੈਂ ਤੇ ਤਾਂ ਹੀ ਮੋਟਰਸਾਈਕਲ ਜਾਊਂਗਾ, ਜੇ ਮੈਨੂੰ ਮੋਟਰਸਾਈਕਲ ਮਿਲੂਗਾ ਤਾਂ ਹੀ ਸਾਈਕਲ ਛੱਡੂਗਾ।
ਜੇ ਮੈਨੂੰ ਚੰਗੇ ਭਲੇ ਸਾਈਕਲ ਤੋਂ ਇੱਕ ਟੁੱਟਾ ਸਾਈਕਲ ਹੋਰ ਮਿਲਣਾ ਤੇ ਮੈਂ ਕਾਹਨੂੰ ਉਹ ਸਾਈਕਲ ਛੱਡੂਗਾ। ਮੈਂ ਤੇ ਫਿਰ ਆਪਣਾ ਪੱਕਾ ਉਸੇ ਪਾਰਟੀ ਦੇ ਨਾਲ ਜੁੜਿਆ ਰਹੂੰਗਾ, ਕਿਉਂਕਿ ਉੱਥੇ ਮੇਰੀ ਪ੍ਰੋਟੈਕਸ਼ਨ ਜ਼ਿਆਦਾ ਹੈਗੀ ਆ। ਮੈਨੂੰ ਉੱਥੇ ਸੁਵਿਧਾ ਕਹਿ ਲਓ ਜਾਂ ਮੇਰੀ ਹਿਫਾਜ਼ਤ ਜਾਂ ਮੇਰੀ ਜਿਹੜੀ ਕਾਨੂੰਨ ਤੇ ਲੋਕਾਂ ਦੀ ਦੁਸ਼ਵਾਰੀਆਂ ਸਾਰੀਆਂ ਆਉਂਦੀਆਂ ਸਿਸਟਮ ਦੇ ਵਿੱਚ, ਉੱਥੇ ਮੇਰਾ ਬਚਾਓ ਹੈ। ਇਹੀ ਗੱਲ ਹੈ। ਕੋਈ ਇਸ ਕਰਕੇ ਨਹੀਂ ਲੋਕ ਪਾਰਟੀਆਂ ਨਾਲ ਜਿਹੜੇ ਪੱਕੇ ਜੁੜੇ ਹੋਏ, ਜਿਨ੍ਹਾਂ ਨੂੰ ਤੁਸੀਂ ਪੱਕੇ ਕਹਿੰਦੇ ਆ, ਕਿ ਉਹ ਉਹਨਾਂ ਦਾ ਜਾ ਕੇ ਹਲਵਾ ਕੇ ਆ ਜਾਂਦੇ ਮੁਫਤ ਦਾ, ਲੀਡਰ ਉਹਨਾਂ ਦਾ ਕੁਝ ਨਹੀਂ ਹੈਗਾ। ਇਹੀ ਅਸੀਂ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਇੱਕ ਮੌਕਾ ਆ, ਸਾਰੇ ਹੰਬਲਾ ਮਾਰੋ। ਇਹ ਜਨ ਅੰਦੋਲਨ ਹੈਗਾ ਤੇ ਉਸ ਦੇ ਵਿੱਚੋਂ ਇੱਕ ਰਾਜਨੀਤਿਕ ਤੌਰ ਤੇ ਇੱਕ ਨਵੀਂ ਪਾਰਟੀ ਕਹਿ ਲਓ ਜਾਂ ਇੱਕ ਪਲੇਟਫਾਰਮ ਤੇ ਤੁਸੀਂ ਇਕੱਠੇ ਹੋ ਕੇ ਆਪਣੇ ਲੀਡਰ ਅੱਗੇ ਲੈ ਕੇ ਇਸ ਸਾਰੀ ਜਿਹੜੀ ਲਗਾਤਾਰ ਲੁੱਟ ਆ ਉਸ ਨੂੰ ਕਿਵੇਂ ਰੋਕਿਆ ਜਾ ਸਕੇ, ਉਹਦੇ ਲਈ ਅੱਗੇ ਵਧਣਾ ਚਾਹੀਦਾ। ਪਰ ਸਿਆਸਤਦਾਨਾਂ ਨੂੰ ਲੋਕਾਂ ਦੀ ਕਮਜ਼ੋਰੀ ਦਾ ਪਤਾ ਹੈ ਪ੍ਰੋਫੈਸਰ ਸਾਹਿਬ, ਕਿ ਇਹ ਗਰਜਾਂ ਦੇ ਮਾਰੇ ਨੇ। ਕਿਸੇ ਨੇ ਫੋਨ ਕਰਾਉਣਾ ਹੁੰਦਾ ਥਾਣੇ, ਕਿਸੇ ਨੇ ਕਿਤੇ ਹੋਰ ਫੋਨ ਕਰਾਉਣਾ ਹੁੰਦਾ ਹੈ, ਕਿ ਮਾੜੇ ਮੋਟੇ ਕੰਮ ਸਾਡੇ ਇੱਧਰ ਉੱਧਰ ਕਿਸੇ ਨਾਲ ਪੰਗਾ ਪੈ ਗਿਆ ਗਲੀ ਮਹੱਲੇ 'ਚ, ਉਹਦਾ ਕਿਤੇ ਵੱਟ ਦਾ ਰੌਲਾ ਪੈ ਗਿਆ, ਉੱਥੇ ਫੋਨ ਕਰਾਤਾ, ਤਕੜੇ ਨੂੰ ਮਾੜਾ, ਮਾੜੇ ਨੂੰ ਤਕੜਾ, ਏਦਾਂ ਟੱਕਰਦੇ ਰਹਿੰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇੱਕ ਫੋਨ ਨਾਲ ਸਾਰਾ ਕੁਝ ਘੁੰਮ ਜਾਂਦਾ, ਅਸੀਂ ਉੱਥੋਂ ਕੰਮ ਕਰਾ ਲੈਣੇ ਲੈ ਦੇ ਕੇ, ਕੋਈ ਟੇਬਲ ਦੇ ਥੱਲਿਓਂ ਪੈਸੇ ਦੇ ਦਿੰਦਾ, ਕੋਈ ਉੱਤੋਂ ਦੇ ਦਿੰਦਾ। ਪਤਾ ਹੈ ਨਾ ਉਹਨਾਂ ਨੂੰ ਤੁਹਾਡੀਆਂ ਕਮਜ਼ੋਰੀਆਂ ਦਾ, ਲੋਕਾਂ ਨੂੰ ਇੱਧਰ ਵੀ ਕੰਮ ਕਰਨਾ ਪੈਣਾ ਆ। ਰਾਜਿੰਦਰ ਸਿੰਘ ਚੀਮਾ ਉਹ ਬਹੁਤ ਵੱਡੇ ਐਮੀਨੈਂਟ ਵਕੀਲ ਹੈਗੇ। ਅਸੀਂ ਕੱਲ ਉਹਨਾਂ ਨਾਲ ਬੈਠੇ ਸੀ। ਉਹਨਾਂ ਦਾ ਵਿਚਾਰ ਸੀ ਚੀਮਾ ਸਾਹਿਬ ਦਾ ਸਾਡੇ ਨਾਲ, ਕਿ ਕਿਸਾਨਾਂ ਦਾ ਇੱਕ ਆਪਾਂ ਇੱਥੇ ਇਕੱਠ ਵੱਠ ਕਰੀਏ ਤੇ ਉਹਨਾਂ ਨੂੰ ਕਹੀਏ ਕਿ ਇੱਕ ਅਹਿਦ ਕਰਨ, ਇੱਕ ਕਸਮ ਖਾਣ, ਕਿ ਕਿਸਾਨ ਉਸ ਗੱਲ ਦਾ ਪ੍ਰਾਪੇਗੰਡਾ ਕਰਨ ਕਿ ਦੇਖੋ ਸਾਰੇ ਵੋਟਰ ਨਾ ਤੇ ਪੈਸਾ ਲੈ ਕੇ ਵੋਟ ਪਾਉਣਗੇ, ਨਾ ਦਾਰੂ ਲੈ ਕੇ ਵੋਟ ਪਾਉਣਗੇ। ਜਿਹੜਾ ਦਾਰੂ ਪੈਸਾ ਦਿੰਦਾ ਉਹਨੂੰ ਬਾਹਰ ਕਰ ਦੇਣ, ਕੋਈ ਵੀ ਹੋਵੇ। ਔਰ ਨਾ ਜਿਹੜੇ ਤੁਹਾਨੂੰ ਓਬਵੀਅਸ ਭ੍ਰਿਸ਼ਟ ਤੇ ਚੋਰ ਜਿਹੇ ਲੀਡਰ ਲੱਗਦੇ ਆ, ਜਿਨ੍ਹਾਂ ਦਾ ਰੋਜ਼ ਰਿਕਾਰਡ, ਰੋਜ਼ ਚਰਚਾ ਹੁੰਦੀ ਆ, ਉਹਨੂੰ ਬਾਹਰ ਕਰਨ। ਔਰ ਚੌਥੀ ਚੀਜ਼, ਉਹਨੂੰ ਬਾਹਰ ਕਰਨ ਜਿਨ੍ਹਾਂ ਨੇ ਦਲ ਬਦਲ ਲਿਆ। ਜਿਹੜੇ ਛਾਲ ਮਾਰ ਕੇ ਉੱਧਰ ਜਾਂਦੇ ਡੱਡੂਆਂ ਵਾਂਗੂ, ਉਹਨਾਂ ਨੂੰ ਕਹਿਣ ਮਾਫ ਕਰੋ, ਤੁਹਾਡਾ ਤੇ ਕੋਈ ਧਰਮ ਹੀ ਨਹੀਂ ਹੈ, ਤੁਸੀਂ ਤੇ ਕਿਤੇ ਠੇਕਦੇ ਹੀ ਨਹੀਂ। ਤੁਹਾਡਾ ਕੀ ਪਤਾ ਅਸੀਂ ਚੁਣ ਕੇ ਕਿਤੇ ਭੇਜੀਏ, ਪਹੁੰਚ ਜੋ ਕਿਤੇ ਆ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਹੋਇਆ ਸੀ, ਭੇਜਿਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ 'ਚ, ਜਾ ਵੜੇ ਕਾਂਗਰਸ 'ਚ। ਵੀ ਐਸ ਬੰਦਿਆਂ ਤੋਂ ਜਿਹੜੇ ਆ ਡੱਡੂ ਆ, ਇਹਨਾਂ ਤੋਂ ਸਾਨੂੰ ਨਹੀਂ, ਸਾਨੂੰ ਮੱਛੀਆਂ ਹੀ ਚਾਹੀਦੀਆਂ, ਪਾਣੀ ਅਸੀਂ ਆਪੇ ਦੇ ਦਾਂਗੇ। ਇਹ ਗੱਲ ਜਿਹੜੀ ਹੈ ਉੱਥੇ ਉਹਨਾਂ ਨੇ ਕਹੀ। ਮੈਂ ਆਪ ਸਟੇਜ ਤੋਂ ਬੜੇ ਸਾਫ਼ ਸ਼ਬਦਾਂ 'ਚ, ਥੋੜੇ ਸ਼ਬਦਾਂ 'ਚ ਇਹ ਗੱਲ ਉੱਥੇ ਕਮਿਊਨੀਕੇਟ ਵੀ ਕੀਤੀ, ਔਰ ਜਿਹਦੀ ਐਪਰੀਸੀਏਸ਼ਨ ਵੀ ਹੋਈ ਕਿ ਹਾਂ, ਇਹ ਜਿਹੜਾ ਨਾਰਾ ਆ, ਇਹ ਜਿਹੜਾ ਸੰਵਾਦ ਹੈ ਲੋਕਾਂ 'ਚ ਜਾਣਾ ਚਾਹੀਦਾ ਆ। ਇਸ ਲਈ ਸੁਖਵਿੰਦਰ, ਇਹ ਇੱਕ ਦਿਨ ਦਾ ਤੇ ਮਾਮਲਾ ਹੈ ਨਹੀਂ। ਵੱਟ ਬੰਨਾ, ਹੋਰ ਠਾਣੇ ਠੂਣੇ, ਕੁੱਟਣਾ ਮਾਰਨਾ। ਪਰ ਜਦੋਂ ਜਨਤਾ ਸਸ਼ਕਤ ਹੋ ਜਾਂਦੀ ਹੈ, ਜਾਗਰਤ ਹੋ ਜਾਂਦੀ ਹੈ, ਉਹਦੇ 'ਚ ਹਿੰਮਤ ਵੀ ਆਉਂਦੀ ਹੈ, ਕੁਰਬਾਨੀ ਦਾ ਮਾਦਾ ਵੀ ਜ਼ਿਆਦਾ ਪ੍ਰਬਲ ਹੁੰਦਾ, ਔਰ ਇਹ ਲੀਡਰ ਫਿਰ ਡਰਦੇ ਵੀ ਹੈ। ਅੱਜ ਇੱਕ ਸਧਾਰਨ ਕਿਸਾਨ ਲੀਡਰ ਵੀ ਬੜਕ ਮਾਰ ਕੇ ਕਹਿ ਦੇ, ਖਬਰਦਾਰ, ਇੰਜ ਕਹਿ ਦੇ, ਜੇ ਤੁਸੀਂ ਕਿਸੇ ਨੂੰ, ਸਾਡੇ ਬੰਦੇ ਨੂੰ ਥਾਣੇ 'ਚ ਕੀਤਾ, ਕਿਸੇ ਦੀ ਜ਼ਰੂਰਤ ਹੈਗੀ ਅੱਜ ਦੀ ਤਰੀਕ 'ਚ। ਪਰ ਇਸ ਰੁਤਬੇ ਨੂੰ ਕਿਵੇਂ ਬਣਾਈ ਰੱਖਣਾ, ਇਸ ਦਬਕੇ ਨੂੰ ਕਿਵੇਂ ਬਣਾਈ ਰੱਖਣਾ, ਇਸ ਦਬਦਬਾ ਨੂੰ ਕਿਵੇਂ ਬਣਾਈ ਰੱਖਣਾ, ਇਹ ਕਿਸਾਨ ਲੀਡਰਾਂ ਦਾ ਤੇ ਸਾਡੇ ਸਾਰੇ ਜਨ ਅੰਦੋਲਨਕਾਰੀਆਂ ਦਾ ਫਰਜ਼ ਬਣਦਾ ਕਿ ਉਹ ਇੱਕ ਆਪਣੇ ਡਿਸਿਪਲਿਨਡ ਫੋਰਸ ਬਣ, ਔਰ ਉਹੀ ਫੋਰਸ ਜਿਹੜੀ ਤਾਕਤ ਹੈ, ਸ਼ਕਤੀ ਹੈ, ਉਸ ਨੂੰ ਚੋਣਾਂ ਵਿੱਚ ਵੀ ਉਤਾਰ ਕੇ ਇੱਕ ਆਪਣਾ ਪਲੇਟਫਾਰਮ ਮਜ਼ਬੂਤ ਕਰਨ, ਜਿਹੜਾ ਇਸ ਸਮੇਂ ਦੀ ਅਤੀ ਜ਼ਰੂਰਤ ਹੈ। ਪਰ ਇੱਥੇ ਤਾਂ ਸੱਤਾਧਾਰੀਆਂ ਨੂੰ ਇਹ ਹੋ ਜਾਂਦਾ ਨਾ, ਕਿ ਜਦੋਂ ਤਾਂ ਅਸੀਂ ਸੱਤਾ ਦੇ ਵਿੱਚ ਆ, ਉਦੋਂ ਤਾਂ ਪੰਜਾਬ ਤੇ ਪੰਥ ਬੜਾ ਚੜ੍ਹਦੀ ਕਲਾ 'ਚ ਹੈ। ਅਕਾਲੀ ਦਲ ਵਾਲੇ ਹੁਣ ਕਹਿੰਦੇ ਕਿ ਪੰਥ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਅੱਗੇ ਆਉਣਾ ਪੈਣਾ ਹੈ, ਪੰਥ ਦੇ ਰਾਖੇ ਅੱਗੇ ਆ ਜਾਣ, ਪੰਥ ਖਤਰੇ ਵਿੱਚ ਆ। ਇਹੋ ਜਿਹੀਆਂ ਚਰਚਾਵਾਂ, ਉਹ ਵੀ ਥੋੜਾ ਪੰਥ ਰੋਸ ਸਮਾਗਮ ਚੱਲ ਰਹੇ ਨੇ ਉਹਨਾਂ ਦੇ। ਦੇਖੋ, ਪੰਥ ਨੂੰ ਖਤਰਾ ਅੰਦਰੋਂ ਆ, ਬਾਹਰੋਂ ਨਹੀਂ। ਪੰਥ ਤੇ ਹਮੇਸ਼ਾ ਮਜ਼ਬੂਤ ਆ। ਪੰਥ ਨੂੰ ਕੀ ਖਤਰਾ ਹੈ ਬਈ? ਪੰਥਕ ਪਾਰਟੀ ਨੂੰ ਖਤਰਾ ਹੋ ਸਕਦਾ, ਤੇ ਪੰਥ ਦੇ ਜਿਹੜੇ ਮੈਨੇਜਰ ਆ ਉਹਨਾਂ ਨੂੰ ਖਤਰਾ ਹੋ ਸਕਦਾ, ਜਾਨੀ SGPC ਨੂੰ ਖਤਰਾ ਹੋ ਸਕਦਾ, ਜਾਂ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਰਾ ਹੋ ਸਕਦਾ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਪੰਥ ਇੱਕ ਫਲਸਫਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਾਂ ਉਹਦੇ ਜਿਹੜੇ ਮੰਨਣ ਵਾਲੇ ਆ, ਜਿਹੜੇ ਉਹਨਾਂ ਨੂੰ ਨਤਮਸਤਕ ਹੁੰਦੇ ਆ, ਉਹਨਾਂ ਨੂੰ ਕਿਸੇ ਕਿਸਮ ਦਾ ਕਿਸੇ ਗੱਲ ਤੋਂ ਖਤਰਾ। ਉਹ ਤੇ ਅਪਾਰ ਹੈ, ਉਹ ਤੇ ਸਭ ਦਾ ਸਿਰਜਣਹਾਰ ਹੈ। ਪਰ ਸਵਾਲ ਸਾਡੇ ਜਿਹੜੇ ਵੀਰ ਹੈ, ਉਹਨਾਂ ਨੂੰ ਸੋਚਣ ਦੀ ਲੋੜ ਆ ਕਿ ਵਾਕਿਆ ਹੀ ਜੋ ਫਲਸਫਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਉਹਨਾਂ ਲਈ SGPC ਨੇ ਕਿੰਨਾ ਕੁ ਕੰਮ ਕੀਤਾ।
ਨਗਰ ਕੀਰਤਨ ਜ਼ਰੂਰ ਹੈਗੇ ਆ, ਜਨਮ ਦਿਹਾੜੇ ਜ਼ਰੂਰ ਹੈਗੇ ਆ, ਸ਼ਹੀਦੀ ਦਿਵਸ ਜ਼ਰੂਰ ਹੈਗੇ ਆ, ਸਾਰਾ ਕੁਝ ਜਲ ਜਲਾਓ ਹੁੰਦਾ, ਪਰ ਧਰਾਤਲ ਤੇ ਸਮਾਜ ਨੂੰ ਬਦਲਿਆ। ਅਸੀਂ ਆਮ ਗਰੀਬ ਨੂੰ, ਆਮ ਦਲਿਤ ਨੂੰ, ਆਮ ਔਰਤ ਨੂੰ ਸਸ਼ਕਤ ਕੀਤਾ, ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਕਿ ਉਹਦੇ ਲਈ ਲੜਾਈਆਂ ਕੀਤੀਆਂ, ਛੱਡ ਗਏ ਅਸੀਂ ਸਾਰਾ ਕੁਝ। ਸਵਾਏ ਸਾਨੂੰ ਆਪਣੇ ਅਹੁਦਿਆਂ ਤੋਂ, ਸਵਾਏ ਆਪਾਂ ਆਪਣੀਆਂ ਹੋਰ ਇੱਧਰ ਉੱਧਰ ਦੀਆਂ, ਭਾਵੇਂ ਉਹ ਐਸਜੀਪੀਸੀ ਭਾਵੇਂ ਪਾਰਟੀ ਹੈ, ਇਸੇ ਕਰਕੇ ਉਹ ਖਤਰਾ ਅੰਦਰੋਂ ਵਾ। ਅੰਦਰ ਸੁਧਾਰ ਕਰ ਲੈਣ, ਅੰਦਰ ਉਹ ਆਪਣੇ ਆਪ ਨੂੰ ਡਿਟਰਮਿੰਡ ਹੋ ਜਾਣ, ਨਹੀਂ ਤੇ ਕੀ ਚਰਚਾ ਇਹ ਚੱਲਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਬੀੜਾਂ ਆ ਉਹਦਾ ਹਿਸਾਬ ਕਿਤਾਬ ਹੀ ਨਹੀਂ, ਪਤਾ ਨਹੀਂ ਕਿੱਥੇ ਚਲ ਗਿਆ। ਇਹ ਹੋਈ ਨਾ ਚਰਚਾ ਪਿੱਛੇ, ਇਹ ਆਪਾਂ ਤੇ ਨਹੀਂ ਕੀਤੀ, ਉਹਦਾ ਆਡਿਟ ਹੋਇਆ, ਫਲਾਨਾ ਹੋਇਆ, ਸਾਰਾ ਕੁਝ ਚੱਲਿਆ। ਮੇਰੀ ਬੇਨਤੀ ਇਹੀ ਹੈਗੀ ਕਿ ਬਾਹਰ ਦੇ ਖਤਰੇ ਨਾਲੋਂ ਜਿਹੜਾ ਅੰਦਰੂਨੀ ਖਤਰਾ ਉਹ ਜ਼ਿਆਦਾ ਭਾਰੀ ਹੈ। ਅੰਦਰ ਵੀ ਉਹ ਚਰਚਾ ਕਰਕੇ ਉਹਨੂੰ ਦੂਰ ਕਰਨ। ਰੋਸ ਜੇ ਕੋਈ ਬਾਹਰੋਂ ਹੁੰਦਾ, ਬਾਹਰੋਂ ਕੋਈ ਹਮਲਾ ਹੁੰਦਾ, ਮੈਂ ਨਹੀਂ ਕਹਿੰਦਾ ਕਿ ਬਾਹਰੋਂ ਨਹੀਂ ਹੁੰਦਾ, ਹੁੰਦਾ ਆ, ਉਸ ਦਾ ਮੁਕਾਬਲਾ ਕਰਨਾ ਬਹੁਤ ਆਸਾਨ ਹੈਗਾ। ਪਰ ਜਿਹੜਾ ਅੰਦਰ ਖੋਰਾ ਲੱਗ ਗਿਆ ਜਾਂ ਅੰਦਰ ਘੁਣ ਲੱਗ ਗਿਆ, ਉਸ ਦੇ ਵਿੱਚ ਕੋਈ ਦਵਾਈ ਲਾ ਕੇ ਕਿਵੇਂ ਉਹ ਘੁਣ ਨੂੰ ਮਾਰਨਾ, ਉਹਦਾ ਵੀ ਇੰਤਜ਼ਾਮ ਉਹਨਾਂ ਨੂੰ ਸੋਚਣਾ ਚਾਹੀਦਾ। ਉਹ ਤਾਂ ਸੋਚਣਗੇ, ਪਰ ਇਹਦਾ ਜਿਹੜਾ ਅੰਦਰੂਨੀ ਖਤਰਾ ਕਾਂਗਰਸ ਦੇ ਵਿੱਚ ਬਣਿਆ ਹੋਇਆ ਨਵਜੋਤ ਸਿੱਧੂ ਨੂੰ ਲੈ ਕੇ, ਸਿੱਧੂ ਸਾਹਿਬ ਕਹਿੰਦੇ ਕਿ ਜਿਹੜੇ ਹਜ਼ਾਰਾਂ ਕਰੋੜ ਰੁਪਇਆ ਖਾ ਗਏ, ਡਕਾਰ ਗਏ, ਭ੍ਰਿਸ਼ਟਾਚਾਰ ਕੀਤਾ, ਜਾਂ ਜਿੱਧਰੋਂ ਵੀ ਕਿਤੇ ਨਾ ਕਿਤੇ ਡਾਕੇ ਮਾਰ ਲਏ ਕਿਸੇ ਢੰਗ ਨਾਲ, ਉਹਨਾਂ ਨੂੰ ਕਹਿੰਦੇ ਬੀਜੇਪੀ ਸੱਦਾ ਦੇ ਰਹੀ ਹੈ ਕਿ ਜਾਂ ਤੇ ਫਿਰ ਜਲੰਧਰ ਤੇ ਜਾਂ ਅੰਦਰ। ਇਸੇ ਕਰਕੇ ਕਹਿੰਦੇ ਜਲੰਧਰ ਦਫ਼ਤਰ ਖੋਲਿਆ, ਤੇ ਉਧਰੋਂ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਸਿੱਧੂ ਨੂੰ ਮੈਨੂੰ ਗ੍ਰਹਿ ਮੰਤਰੀ ਜਦੋਂ ਦਾ ਬਣਿਆ ਪਤਾ ਨਹੀਂ ਕੀ ਨਾਰਾਜ਼ਗੀ ਹੈ, ਮੈਂ ਤੇ ਕਹਿੰਦੇ ਉਹਨਾਂ ਨੂੰ ਦੇ ਦਿੰਦਾ ਗ੍ਰਹਿ ਮੰਤਰਾਲਾ। ਮਤਲਬ ਕਾਫੀ ਇੱਧਰ ਉੱਧਰ ਦੀਆਂ ਬਿਆਨਬਾਜ਼ੀਆਂ, ਹਾਲਾਂਕਿ ਮੀਟਿੰਗਾਂ ਵੀ ਇਹਨਾਂ ਦੀਆਂ ਚੱਲ ਰਹੀਆਂ, ਚੰਨੀ ਸਾਹਿਬ, ਨਵਜੋਤ ਸਿੱਧੂ, ਹਰੀਸ਼ ਚੌਧਰੀ, ਰਵਨੀਤ ਬਿੱਟੂ ਹੋਰੀ, ਸੁਨੀਲ ਜਾਖੜ ਵੀ ਉਹਦੇ ਵਿੱਚ ਸ਼ਾਮਲ ਨੇ। ਇਹ ਮੀਟਿੰਗਾਂ ਕਰ ਰਹੇ ਨੇ ਜਦੋਂ ਤੱਕ ਆਪਾਂ ਚਰਚਾ ਕਰ ਰਹੇ ਹਾਂ ਇਹਦੇ ਵਿੱਚ। ਪਰ ਜਿਹੜੀ ਤਸਵੀਰ ਆ ਹੈ, ਜਿਹੜੀ ਰੋਜ਼ ਲੋਕਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ ਕਿ ਅੱਛਾ ਸਿੱਧੂ ਨੇ ਆਹ ਕਰਤਾ, ਤੇ ਗਾਂ ਵਿੱਚੋਂ ਪਾਰਟੀ ਵਾਲੀ ਜਵਾਬ ਦੇਈ ਜਾਂਦੇ ਨੇ, ਵਿਰੋਧੀਆਂ ਨੇ ਤਾਂ ਕੀ ਕਹਿਣਾ, ਤੇ ਉਹ ਵੀ ਆਪਣਿਆਂ ਨੂੰ ਹੀ ਘਸੀਟੀ ਆਉਂਦੇ ਨੇ। ਦੇਖੋ, ਜਿਹੜਾ ਅੰਦਰੂਨੀ ਕਾਟੋ ਕਲੇਸ਼ ਆ ਕਾਂਗਰਸ ਦਾ, ਇਹ ਸਾਰੀਆਂ ਪਾਰਟੀਆਂ ਦਾ ਹੀ। ਜਿਸ ਤਰ੍ਹਾਂ ਕੈਪਟਨ ਬਾਹਰ ਨਿਕਲਿਆ, ਢੀਂਡਸੇ ਬਾਹਰ ਨਿਕਲੇ, ਰਣਜੀਤ ਸਿੰਘ ਬ੍ਰਹਮਪੁਰਾ ਬਾਹਰ ਨਿਕਲਿਆ, ਕਈ ਕੁਛ ਹੋਇਆ, ਭਗਵੰਤ ਮਾਨ ਨੂੰ ਚੀਫ ਮਿਨਿਸਟਰ ਨਹੀਂ ਬਣਾਇਆ ਗਿਆ, ਉਹਦਾ ਚਿਹਰਾ ਨਹੀਂ ਹੋਇਆ। ਇਹ ਸਾਰੇ ਜਿਹੜੇ ਭੰਨ ਤੋੜ, ਸਾਰੀ ਭੱਜ ਨੱਸ ਸਾਰੀ ਹੋ ਰਹੀ ਹੈ, ਇਹਦਾ ਕਾਰਨ ਪਤਾ ਕੀ ਹੈ? ਧਰਾਤਲ ਤੇ ਲੋਕ ਸਿਆਣੇ ਹੋ ਗਏ। ਉਹ ਜਵਾਬ ਦੋ, ਹਿਸਾਬ ਦੋ, ਜਿਹੜਾ ਹਰ ਵਾਰੀ ਤੁਸੀਂ ਨਾਰਾ ਲਾਉਨੇ ਆ, ਲੋਕ ਉਧਰ ਨੂੰ ਚੱਲ ਪਏ। ਉਹ ਕਹਿੰਦੇ ਹੁੰਦੇ ਕੌਣ ਆ? ਅਸੀਂ ਕਮਾਈਏ, ਅਸੀਂ ਟੈਕਸ ਦਈਏ, ਇਹ ਮੌਜਾਂ ਕਰਨ, ਅਸੀਂ ਭੁੱਖੇ ਮਰੀਏ, ਸਾਡਾ ਸਿਹਤ ਸੇਵਾਵਾਂ ਵੀ ਖਾ ਲੀਆਂ, ਸਾਡਾ ਜਿਹੜਾ ਵਿਦਿਆ ਦਾ ਢਾਂਚਾ ਉਹਨੂੰ ਵੀ ਟਹਿਸ ਨਹਿਸ ਕਰਕੇ ਰੱਖਤਾ, ਟੀਚਰ ਜਿਹੜੇ ਆ ਟੈਂਕੀਆਂ ਤੇ ਚੜੇ ਆ। ਇਹ ਹੋਇਆ ਕੀ ਸਾਡੇ ਨਾਲ? ਇਹ ਭਾਣਾ ਕੀ ਵੱਤ? ਉਹ ਜਦੋਂ ਦਬਾਅ ਬਣਿਆ ਸਮਾਜ ਦੇ ਅੰਦਰ, ਤੇ ਇਹਨਾਂ ਨੂੰ ਆਪਣੀਆਂ ਅੰਦਰੂਨੀ ਭਾਜੜਾਂ ਲਈ ਤੇ ਆਰਾਮ ਨਾਲ ਟ੍ਰਾਂਸਫਰ ਜਿਹੜਾ ਪਾਵਰ ਦਾ ਹੁੰਦਾ ਸੀ, ਬੜਾ ਸਮੂਥ ਹੁੰਦਾ ਸੀ। ਲਓ ਜੀ, ਹੁਣ ਆ ਗਏ, ਹੁਣ ਆ ਗਏ, ਹੁਣ ਜੀ ਉਹ ਕਰਨਗੇ, ਹੁਣ ਉਹ, ਕੋਈ ਕਿੰਤੂ ਪਰੰਤੂ ਕਿਸੇ ਕਿਸਮ ਦਾ ਨਹੀਂ ਸੀ। ਹੁਣ ਇਹਨਾਂ ਹਾਲਾਤਾਂ ਦਾ ਪਾਰਟੀਆਂ ਦੇ ਅੰਦਰ ਵੀ ਕਾਟੋ ਕਲੇਸ਼ ਬਹੁਤ ਆ। ਮੇਰਾ ਜਿੰਨੀ ਕੁ ਸਮਝ ਕਾਂਗਰਸ ਬਾਰੇ, ਮੈਨੂੰ ਕਾਟੋ ਕਲੇਸ਼ ਬਾਰੇ ਹੈ ਸੁਖਵਿੰਦਰ, ਉਹ ਮੋਟੇ ਤੌਰ ਤੇ ਹੈ ਕਿ ਸਿੱਧੂ ਸਾਹਿਬ ਕਾਂਗਰਸ ਦੇ ਪ੍ਰਧਾਨ ਬਣੇ। ਪਹਿਲਾਂ ਤੇ ਉਹਨਾਂ ਨੇ ਇੱਕ ਸਫਾਇਆ ਕੈਪਟਨ ਦਾ ਕੀਤਾ, ਹੁਣ ਉਹਨਾਂ ਨੂੰ ਲੱਗਦਾ ਕਿ ਬਾਕੀ ਸਫਾਇਆ ਅਜੇ ਬਹੁਤ ਵੱਡਾ, ਜੇ ਸਾਰਾ ਹੀ ਸਫਾਇਆ ਕਰ ਦੇਣਗੇ ਤੇ ਸਿੱਧੂ ਸਾਹਿਬ ਉੱਪਰ ਰਹਿ ਜਾਣਗੇ, ਥੱਲੇ ਤੇ ਸਫਾਇਆ ਹੀ ਉਹ ਜੋ ਖੜੇ ਕਾਦੇ ਤੇ ਹੋਣਗੇ। ਉੱਥੇ ਤੇ ਕਾਂਗਰਸ ਦੇ ਵਿੱਚ ਜਿਹੜਾ ਕਾਂਗਰਸ ਦਾ ਕਲਚਰ, ਅੱਜ ਬਹਿਸਾਂ ਚੱਲ ਰਹੀਆਂ, ਕਾਂਗਰਸ ਕਲਚਰ ਵਰਸਸ ਸਿੱਧੂ। ਹੁਣ ਕਾਂਗਰਸ ਦਾ ਕਲਚਰ ਕੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ, ਮੈਨੂੰ ਨਹੀਂ ਦੱਸਣ ਦੀ ਲੋੜ। ਸਿੱਧੂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਉਹ ਕਹਿੰਦਾ ਵੀ ਪੰਜਾਬ ਲਈ ਤੇ ਮੈਨੂੰ ਪਤਾ ਮੈਂ ਕੀ ਕਰਨਾ, ਪੰਜਾਬ ਲਈ ਮੈਨੂੰ ਇਹ ਵੀ ਪਤਾ ਕਿ ਆਹ ਮੁੱਦੇ ਆ ਤੇ ਆਹ ਮੈਂ ਨਵਾਂ ਪ੍ਰੋਗਰਾਮ ਲੈ ਕੇ ਆਉਣਾ ਚਾਹੁੰਦਾ। ਤੇ ਉਹਨੂੰ, ਉਹ ਪਾਰਟੀ ਉਸ ਦਾ ਪ੍ਰਧਾਨ ਆ ਜਿਹੜੇ ਉਸ ਕਿਸੇ ਵੀ ਗੱਲ ਦੇ ਨੇੜੇ ਤੇੜੇ ਵੀ ਨਹੀਂ ਹੈ ਜੋ ਉਹ ਕਰਨਾ ਚਾਹੁੰਦਾ। ਉਹ ਸਮਝਦੇ ਆ ਕਿ ਸਾਡਾ ਹੀ ਪਹਿਲਾਂ ਤੇ ਪੱਤੇ ਸਾਫ਼ ਕਰੂਗਾ, ਸਾਡਾ ਹੀ ਬਿਸਤਰਾ ਗੋਲ ਕਰੂਗਾ। ਹੁਣ ਉਸ ਗੱਡੀ ਤੇ ਚੜੇ ਹੋਏ ਆ ਸਿੱਧੂ ਸਾਹਿਬ, ਤੇ ਜਿਸ ਨੂੰ ਇੱਕ ਅਲੱਗ ਰੂਪ ਦੇਣਾ ਚਾਹੁੰਦੇ ਆ, ਜਿਹਦੇ ਪਹੀਏ ਪੈਰ ਜਿਹੜੇ ਆ ਟਾਇਰ ਉਹ ਭਾਰ ਚੱਲਦੇ ਹੀ ਨਹੀਂ, ਨਾ ਉਸ ਲੀਹ ਤੇ ਚੱਲਣ ਵਾਲੀ ਹੈ ਜਿਹੜੀ ਤੇ ਇਹ ਚਲਾਉਣਾ ਚਾਹੁੰਦੇ। ਲੈ ਸਾਰਾ ਕਾਟੋ ਕਲੇਸ਼ ਇਹ ਆ, ਇਹਦੇ ਤੇ ਸਿੱਧੂ ਤੇ ਵੀ ਬਹੁਤ ਜ਼ਿਆਦਾ ਦਬਾਅ ਚਾਰੇ ਪਾਸਿਓਂ ਹੈ, ਕਿਉਂਕਿ ਪਾਰਟੀ ਆਲਮੋਸਟ ਰਲ ਕੇ ਇਹਦੇ ਤੇ ਅਟੈਕ ਆ ਰਿਹਾ ਸਾਰਾ।
ਆਸ਼ੂ ਦਾ ਵੀ ਬਿਆਨ ਆਇਆ, ਰੰਧਾਵੇ ਦਾ ਵੀ ਆਇਆ, ਚੰਨੀ ਤੇ ਸਗੋਂ ਸਿਆਣੇ ਕਿਉਂਕਿ ਚੀਫ ਮਿਨਿਸਟਰ ਆ, ਘਰ ਦੇ ਲਾਣੇਦਾਰ ਆ, ਉਹ ਤੇ ਥੋੜੇ ਚੁੱਪ ਰਹਿੰਦੇ ਆ, ਪਰ ਅੰਦਰੋਂ ਤੇ ਉਹੀ ਗੱਲ ਆ, ਸਾਰੇ ਸਮਝਦੇ ਆ ਵੀ ਜਦੋਂ ਚੰਨੀ ਤੇ ਵੀ ਅਟੈਕ ਆ ਜਾਂਦਾ, ਇਹ ਇੱਥੋਂ ਭੰਗੀਆਂ ਵਾਲੀ ਤੋਪ ਜਿਹੜੀ ਆ ਫਾਇਰ ਛੱਡਦੀ ਰਹਿੰਦੀ ਆ। ਹੁਣ ਇਹ ਆ ਕਿ ਜੇ ਇੱਥੋਂ ਫਾਇਰ ਛੱਡੀ ਜਾਣਾ ਤੇ ਅਗਲੇ ਤੇ ਸਾਰੇ ਇਕੱਠੇ ਫੌਜਾਂ ਤੇ ਇਕੱਠੀਆਂ ਹੋ ਜਾਣਗੀਆਂ। ਹੁਣ ਜੇ ਇਹਨਾਂ ਨੇ ਵਿੱਚ ਰਹਿਣਾ ਤੇ ਕਿੱਦਾਂ ਕਰਨਾ? ਇਸ ਗੱਲ ਦਾ ਹੱਲ ਜੇ ਮੈਨੂੰ ਪੁੱਛੋ ਤੇ ਉਹ ਤੇ ਚਾਹੀਦਾ ਹੁੰਦਾ ਟੈਕਟੀਕਲ। ਇਹਦਾ ਚਾਹੀਦਾ ਇਹ ਸੀਗਾ ਕਿ ਸਿੱਧੂ ਸਾਹਿਬ ਜਦੋਂ ਕਾਂਗਰਸ ਦੇ ਪ੍ਰਧਾਨ ਬਣ ਗਏ ਤਾਂ ਉਹ ਥੱਲਿਓਂ ਸਾਰਾ ਸਿਸਟਮ ਨੂੰ ਠੀਕ ਕਰਦੇ, ਹਰ ਜ਼ਿਲ੍ਹੇ 'ਚ ਦੇਖਦੇ ਵੀ ਕਿੱਥੇ ਕਿੱਥੇ ਕੀ ਗਾਲਾ ਪਿਆ, ਕਿੱਥੇ ਗਲਤ ਬੰਦੇ ਆ, ਉਹਨਾਂ ਦੀਆਂ ਮੀਟਿੰਗਾਂ ਕਰਦੇ, ਸਾਰਾ ਢਾਂਚਾ ਬਣਾਉਂਦੇ, ਢਾਂਚਾ ਖੜਾ ਕਰਦੇ, ਕਿਉਂਕਿ ਪ੍ਰਧਾਨ ਆ ਕਾਂਗਰਸ ਦੇ, ਉਹ ਕਰ ਸਕਦੇ, ਉਹ ਉਹਨਾਂ ਦੀ ਡਿਊਟੀ ਵੀ ਹੈ। ਉਹ ਉਧਰ ਨੂੰ ਤੇ ਕੋਈ ਪਾਸੇ ਚੱਲਿਆ ਨਹੀਂ। 4 ਇਹਨਾਂ ਦੇ ਵਰਕਿੰਗ ਪ੍ਰੈਜ਼ੀਡੈਂਟ ਜਾਂ ਹੋਰ ਥੱਲੇ ਜਿਹਦੇ ਚ ਲਾਏ ਹੋਏ ਸੀਗੇ, ਆਪਾਂ ਨੂੰ ਸਾਰਾ ਯਾਦ ਆ, 4 ਲਾਏ ਸੀਗੇ, 4 ਜ਼ੋਨ ਦੇ ਵਿੱਚ, ਉਹ ਵੀ ਕਿਤੇ ਬਹੁਤੇ ਐਕਟਿਵ ਨਹੀਂ ਦਿਸੇ। ਉਹਨਾਂ ਦੀਆਂ ਮੀਟਿੰਗਾਂ ਕਰਾ ਕੇ ਉਹਨਾਂ ਰਾਹੀਂ ਸਾਰਾ ਕੁਝ ਕਰ ਲੈਂਦੇ। ਹੁਣ ਇਹ ਹੈ ਕਿ ਇਹਨਾਂ ਨੂੰ ਇਹ ਲੱਗਦਾ ਕਿ ਮੈਂ ਇੱਕ ਜਰਨੈਲ ਐਡਾ ਤਕੜਾ ਤੇ ਮੇਰੀ ਤੇ ਜਿਹੜੀ ਨਿਊਕਲੀਅਰ ਪਾਵਰ ਜਿੱਡਾ ਵੱਡਾ ਮੇਰੀ ਤਾਕਤ ਹੈਗੀ ਆ, ਮੈਨੂੰ ਲੱਗਦਾ ਉਹਦੇ ਚੋਂ ਬਾਹਰ ਆ ਕੇ ਜਿਹੜੀ ਪੋਲਿਟਿਕਸ ਹੈ ਧਰਾਤਲ ਦੀ, ਉਹਦੇ ਵਿੱਚ ਜਾਂ ਤੇ ਤੁਸੀਂ ਪਾਰਟੀ ਦੀ ਢਾਂਚੇ ਰਾਹੀਂ ਇਸ ਗੱਲ ਨੂੰ ਫਾਈਟ ਕਰ ਸਕਦੇ ਆ, ਜਾਂ ਤੁਸੀਂ ਜਿਹੜੀ ਤੁਹਾਡੀ ਚੁਣੇ ਹੋਏ ਨੁਮਾਇੰਦੇ ਆ ਉਹਨਾਂ 'ਚ ਜੋੜ ਤੋੜ ਦੇ ਨਾਲ ਕਰ ਸਕਦੇ ਆ। ਜੇ ਅਸੀਂ ਦੋਵੇਂ ਨਹੀਂ ਕਰਦੇ ਤੇ ਜਿੰਨਾ ਮਰਜ਼ੀ ਅਸੀਂ ਲੋਕਾਂ ਦੇ ਵਿੱਚ ਹਰਮਨ ਪਿਆਰੇ ਹੋਈਏ, ਪਾਰਟੀ ਨੂੰ ਅਸੀਂ ਬਹੁਤਾ ਅਸਲੀ ਰਸਤੇ ਤੇ ਲਿਆਉਣ ਲਈ, ਉਹਨੂੰ ਸਹੀ ਉਹਨਾਂ ਗੱਲਾਂ ਤੇ ਲਿਆਉਣ ਲਈ ਜੋ ਸਿੱਧੂ ਸਾਹਿਬ ਚਾਹੁੰਦੇ ਆ, ਉਹਦੇ ਲਈ ਬਹੁਤੇ ਕਾਰਗਰ ਨਹੀਂ ਹੋ ਸਕਦੇ। ਇਹਦੇ ਨਾਲ ਇਹਦਾ ਰਿਜ਼ਲਟ ਕਈ ਵਾਰੀ ਕੀ ਹੋ ਸਕਦਾ ਕਿ ਚੰਗਾ ਭਲਾ ਬੰਦਾ, ਚੰਗੀ ਵੈਲ ਇੰਟੈਂਸ਼ਨਡ ਬੰਦਾ ਵੀ ਉਹ ਆਤਮ ਹੱਤਿਆ, ਰਾਜਨੀਤਿਕ ਆਤਮ ਹੱਤਿਆ ਵੱਲ ਵੱਧ ਜਾਂਦਾ। ਇਹ ਮੈਂ ਤੁਹਾਨੂੰ ਬਹੁਤ ਸੋਚ ਸਮਝ ਕੇ ਸਟੇਟਮੈਂਟ ਦੇ ਰਿਹਾ, ਔਰ ਸਾਰਿਆਂ ਨੂੰ ਉਹਦਾ ਅਫਸੋਸ ਹੁੰਦਾ ਵੀ ਆਹ ਹੀ ਤਾਂ ਬੰਦਾ ਸੀ ਜਿਹੜਾ ਠੀਕ ਠਾਕ ਮੁੱਦਿਆਂ ਦੀ ਗੱਲ ਪੈਸ਼ਨੇਟਲੀ ਕਰਦਾ ਸੀਗਾ, ਹੈਨਾ, ਔਰ ਉਹਦੇ ਤੋਂ ਉਮੀਦਾਂ ਵੀ ਸੀ। ਪਰ ਆ ਕੀ ਹੋਇਆ, ਭਾਣਾ ਕੀ ਵਰਤ ਗਿਆ, ਕਿਉਂਕਿ ਰਾਜਨੀਤੀ ਦੇ ਵਿੱਚ ਅੰਦਰੂਨੀ ਧੜੇਬੰਦੀ ਕਹਿ ਲਓ ਜਾਂ ਅੰਦਰੂਨੀ ਫਾਲੋਇੰਗ, ਅੰਦਰੂਨੀ ਤੌਰ ਤੇ ਆਪਣੀ ਲੀਡਰਸ਼ਿਪ ਦੀ ਹਰਮਨ ਪਿਆਰਤਾ ਬਣਾਉਣੀ, ਜਾਂ ਉਹਦੀ ਕਮਾਂਡ, ਫੌਜ ਦਾ ਜਿਹੜਾ ਕਮਾਂਡਰ ਹੈ, ਕਮਾਂਡਰ ਜੇ ਅੱਗੇ ਕਹੀ ਜਾਵੇ ਫੌਜ ਹਿੱਲੇ ਨਾ ਤੇ ਕਿਵੇਂ ਕਰੋਗੇ ਕੰਮ, ਕਿਵੇਂ ਤੁਸੀਂ ਲੜਾਈ ਜਿੱਤੋਗੇ? ਇਹ ਇੱਕ ਬਹੁਤ ਵੱਡੀ ਦਿੱਕਤ ਉਹਨਾਂ ਦੀ ਉੱਪਰ ਵਾਲੀ ਲੀਡਰਸ਼ਿਪ ਵੀ ਮਹਿਸੂਸ ਕਰ ਰਹੀ ਹੈ, ਪਾਰਟੀ ਦੇ ਅੰਦਰ ਵੀ ਮਹਿਸੂਸ ਕੀਤਾ ਜਾ ਰਿਹਾ, ਚੁਣੀ ਹੋਈ ਸਰਕਾਰ ਜਿਹੜੇ ਆ MLA ਉਹਨਾਂ 'ਚ ਵੀ ਮਹਿਸੂਸ ਕੀਤਾ ਜਾ ਰਿਹਾ। ਹੁੰਦਾ ਇਹ ਹੈ ਕਿ ਜਿਉਂ ਹੀ ਇੱਧਰੋਂ ਫੈਰ ਇਹ ਛੱਡਦਾ, ਸੱਚਾਈ ਦਾ ਕਹਿ ਲਓ, ਇਮਾਨਦਾਰੀ ਦਾ ਕਹਿ ਲਓ, ਪੰਜਾਬ ਦੇ ਮੁੱਦਿਆਂ ਦਾ ਕਹਿ ਲਓ, ਉਧਰੋਂ ਸਾਰੇ ਬੰਦੇ ਫਿਰ ਅੱਗਿਓਂ ਇਕੱਠੇ ਹੋ ਕੇ ਉਹ ਇਕੱਠੇ ਹੋ ਜਾਂਦੇ ਸਾਰੇ। ਇਹ ਜਿਹੜੀ ਤੂੰ ਮੈਂ ਖੈ ਖੱਚ ਜਿਹੜੀ ਹੈ ਉਹ ਹੋਈ ਜਾਣੀ ਆ। ਮੇਰਾ ਖਿਆਲ ਆ ਕਿ ਇਹਨਾਂ ਸਾਰੇ ਬੰਦਿਆਂ ਨੂੰ ਬੈਠ ਕੇ, ਵਿੱਚੇ ਪ੍ਰਧਾਨ ਜੀ ਨੂੰ, ਵਿੱਚੇ ਚੀਫ ਮਿਨਿਸਟਰ ਨੂੰ, ਵਿੱਚੇ ਹੋਮ ਮਿਨਿਸਟਰ ਨੂੰ, ਤੇ ਜਿਹੜੇ ਵੀ ਹੋ ਰਿਹਾ ਕੈਬਨਿਟ ਦੇ ਜਾਂ ਜਿਹੜੇ ਵੀ, ਇਹਨਾਂ ਨੂੰ ਹੱਲ ਕਰਨਾ ਚਾਹੀਦਾ। ਚੋਣਾਂ ਦਾ ਸਮਾਂ ਆ ਗਿਆ, ਜੇ ਆਪਸ ਵਿੱਚ ਆਪਣੀ ਸ਼ਕਤੀ ਨੂੰ ਡਿਸੀਪੇਟ ਕਰਦੇ ਰਹਿਣਗੇ, ਸ਼ਕਤੀ ਨੂੰ ਇੱਧਰ ਉੱਧਰ ਜਾਇਆ ਕਰਦੇ ਰਹਿਣਗੇ, ਫਿਰ ਚੰਗੇ ਮਾੜੇ ਕੀ, ਜਦੋਂ ਹਾਰ ਕੇ ਘਰੀ ਬਿਠਾ ਦੇਣਗੇ ਲੋਕ, ਫਿਰ ਚੰਗੇ ਮਾੜੇ ਕੀ ਹੋ ਜੂਗੀ? ਫਿਰ ਚੰਗਾ ਵੀ ਮਾੜਾ, ਮਾੜਾ ਤੇ ਮਾੜਾ ਹੈ ਹੀ ਆ। ਇਸ ਲਈ ਇਸ ਦਾ ਅਜੇ ਵੀ ਛੇਤੀ ਤੋਂ ਛੇਤੀ ਕੋਈ ਮੁਲਾਂਕਣ ਕਰ ਲੈਣ ਤੇ ਇਹਦਾ ਕੋਈ ਹੱਲ ਕੱਢ ਲੈਣ, ਉਹ ਅਤੀ ਜ਼ਰੂਰੀ ਹੈ। ਨਹੀਂ ਤੇ ਜੋ ਉਮੀਦਾਂ ਲਾਈ ਬੈਠੇ ਆ ਕਿ ਚੀਫ ਮਿਨਿਸਟਰ ਕੌਣ ਹੋਊਗਾ, ਕਿਤੇ ਇੱਕ ਵੀ ਨਹੀਂ ਚਿਹਰਾ ਮਿਲਦਾ, ਕਿਤੇ 4 ਬੈਠੇ ਆ, ਤੇ ਉਹ ਫਿਰ ਚਾਰੇ ਆਪਸ ਵਿੱਚ ਗੁੱਥਮ ਗੁੱਥਾ ਤੇ ਹੁੰਦੇ ਰਹਿਣਗੇ। ਪਰ ਲੋਕ ਜਿਹੜੇ ਆ ਉਹ ਕਨਫਿਊਜ਼ ਰਹਿਣਗੇ, ਲੋਕਾਂ ਨੂੰ ਸਮਝ ਨਹੀਂ ਪਊਗੀ ਕਿ ਆਪਾਂ ਕਿਹਨੂੰ ਅਸਲੀ ਚੀਫ ਮਿਨਿਸਟਰ ਮੰਨੀਏ। ਬਿਲਕੁਲ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਇੱਕ ਗੱਲ ਤੱਕ ਆਪਾਂ ਕਹਿ ਸਕਦੇ ਹਾਂ ਯਕੀਨ ਦੇ ਨਾਲ ਕਿ ਜਿੰਨਾ ਕੁ ਲੋਕਾਂ ਦਾ ਪ੍ਰੈਸ਼ਰ ਨੀਚੋਂ ਬਣਿਆ ਹੋਇਆ, ਸੋਸ਼ਲ ਮੀਡੀਆ ਨੇ ਜਾਂ ਕਿਸਾਨੀ ਅੰਦੋਲਨ ਨੇ ਜਾਂ ਪਿਛਲੇ ਸਮੇਂ ਜੋ ਸਿਆਸੀ ਘਟਨਾਵਾਂ ਵਾਪਰੀਆਂ, ਉਹਨੇ ਲੋਕਾਂ ਨੂੰ ਇੰਨਾ ਕੁ ਚੇਤੰਨਤਾ ਕਰ ਦਿੱਤਾ ਕਿ ਜਿੰਨੇ ਲੀਡਰ ਨੇ ਸਾਰਿਆਂ ਨੂੰ ਭਾਜੜਾ ਪਈਆਂ ਕਿ ਹੁਣ ਉਹ ਸਿਆਸਤ ਨਹੀਂ ਰਹੀ ਕਿ ਕਿਤੋਂ ਚੋਰੀ, ਕਿਤੋਂ ਡਾਕਾ, ਉਹ ਸਾਰਾ ਕੁਝ ਸਮੇਟ ਲੈਣਾ। ਹੁਣ ਲੋਕ ਹਿਸਾਬ ਮੰਗਦੇ ਨੇ। ਇਸੇ ਕਰਕੇ ਅਸੀਂ ਹਰ ਰੋਜ਼ ਕਹਿੰਦੇ ਆ ਕਿ ਲੀਡਰਾਂ ਤੋਂ ਜਵਾਬ ਲਓ ਤੇ ਹਿਸਾਬ ਲਓ, ਤੇ ਇਸੇ ਢੰਗ ਦੇ ਨਾਲ ਸਿਆਸਤ ਦੇ ਵਿੱਚ ਬਦਲਾਅ ਜਿਹੜਾ ਉਹ ਆ ਸਕਦਾ ਹੈ। ਲੋਕਾਂ ਦੇ ਹੱਥ ਵਿੱਚ ਹੈ, ਲੋਕਤੰਤਰ ਇਸੇ ਨੂੰ ਕਹਿੰਦੇ ਨੇ।
ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।